के मूरत है जग आयो। लोक सुनियो परलोक सुनियो, बिद लोक सुनियो सब दर्शन पायो। संगत पारियो तारन को, गुरु नानक साहिब पंथ चलायो। वाहिगुरु श्री गुरु नानक साहिब, भार के मूरत है जग आयो। आद करो गुरुदेव का बंधन, वाहिगुरु मुख माहे उचारी। दुए कर जोर करो चरणा पर, जाऊं सदा गुर को बलिहारी। आन सुने उपमा गुर की, गुर मूरत ध्यान हृदय में धारी। वाहिगुरु श्री गुरु नानक साहिब, सेवक शरण गही दरबारी। दंडौत बंदन अनक बार, सर्व कला समर्थ। डोलन ते राखो प्रभु, नानक दे कर हथ। ज्ञान अंजन गुर दिया, ज्ञान अंधेर विनाश। हर कृपा ते संत भेटिया, नानक मन प्रगास। गुजरै शास्त्र काट, पिंग गिरन चढ़ जाए। अंध लखै बदरो सुनै, जो काल कृपा कराए। गुरु नानक परजोतम, परंपरा प्रणास। जुगल चरण मम वंदना, धर कर धर परमाथ। गुरु नानक सुख सिंधु को, हाथ जोर प्रणाम। जिस करना ते बढ़ियागी, पाव है गत विश्राम। सतनाम श्री वाहिगुरु साहिब जी। बारह माहा माझ महला पंजवा, घर चौथा। एक ओंकार सतगुर प्रसाद। किरत कर्म के विछुड़े, कर कृपा मिलहो राम। चार कुंट दह दिस भ्रमे, थक आए प्रभ की साम। किरत कर्म के विछुड़े, कर कृपा मिलहो राम। चार कुंट दह दिस भ्रमे, थक आए प्रभ की साम। तेन दुध ते बाहरी, कितै न आवे काम। जल बिन साख कुमलावती, उपजह नाहि दाम। हर नाहा ना मिलिए साजनै, कत पाइयै विश्राम। जित घर हर कंत न प्रगटाई, भट्ठ नगर से ग्राम। श्रभ सीगार तंबोल रस, सण देहि सब खाम। प्रभ स्वामी कंत विहूणिया, मीत सज्जन सब जाम। नानक की बेनंतिया, कर कृपा दीजै नाम। हर मेलहु स्वामी संग प्रभ, जिसका निश्चल धाम। चेत गोविंद आराधियै, होवै आनंद कणा। संत जना मिल पाइयै, रसना नाम भणा। जिन पाया प्रभ अपना, आए
तिस है गणा, एक खिन तिस बिन जीवना, बिरथा जन्म जना। जल थल महियल पूरिया, रविया विच बना। सो प्रभ चित न आवई, कितड़ा दुख गणा। जिनी राविया सो प्रभु, तिना भाग मना। हर दर्शन कौ मन लोचदा, नानक प्यास मना। चेत मिलाए सो प्रभु, तिस कै पाए लगा। हर दर्शन कौ मन लोचदा, नानक प्यास मना। चेत मिलाए सो प्रभु, तिस कै पाए लगा। वाहिगुरु जी का खालसा, वाहिगुरु जी की फतेह। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਵਿਖੇ ਆਪ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦਾ ਸੋਹਣਾ ਪ੍ਰਕਾਸ਼ ਹੋਇਆ ਔਰ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਾਜ਼ਰ। ਅੱਜ ਜੋ ਮਹੀਨਾ ਆਰੰਭ ਹੋਇਆ ਹੈ, ਇਸ ਦੀ ਵਿਚਾਰ ਸ਼ਰਵਣ ਕਰਨ ਵਾਸਤੇ ਆਪ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਕਰ ਰਹੇ ਹੋ। ਬਹੁਤ ਸਾਰੀਆਂ ਸੰਗਤਾਂ ਹੋਲੇ ਮਹੱਲੇ ਦਾ ਤਿਉਹਾਰ ਜਾਣ ਕਰਕੇ ਜਿਤਨੇ ਵੀ ਰਸਤੇ ਵਿੱਚ ਆਉਣ ਵਾਲੇ ਇਤਿਹਾਸਕ ਸਥਾਨ ਹਨ, ਉਹਨਾਂ ਦੀ ਯਾਤਰਾ ਕਰਦਿਆਂ ਹੋਇਆਂ ਸ਼੍ਰੀ ਅਨੰਦਪੁਰ ਸਾਹਿਬ 17, 18, 19 ਤਰੀਕ ਨੂੰ ਜੋ ਹੋਲੇ ਮਹੱਲੇ ਦਾ ਪੁਰਬ ਆ ਰਿਹਾ ਹੈ, ਸੰਗਤਾਂ ਬੜੀ ਧੂਮ-ਧਾਮ ਸ਼ਰਧਾ ਭਗਤੀ ਨਾਲ ਜਾ ਰਹੀਆਂ ਹਨ। ਰਸਤੇ ਵਿੱਚ ਪੜਾਅ ਕਰਦੇ ਹੋਏ ਇਤਿਹਾਸਕ ਸਥਾਨਾਂ ਦੀ ਨਾਲ ਯਾਤਰਾ ਕਰਦੇ ਕਈ ਹਰ ਸਾਲ ਔਰ ਕੁਝ ਐਸੇ ਜਦੋਂ ਸਮਾਂ ਮਿਲਦਾ ਹੈ, ਉਹ ਗੁਰੂ ਮਹਾਰਾਜ ਦੇ ਪਾਵਨ ਸਥਾਨਾਂ ਦੀ ਯਾਤਰਾ ਕਰਦੇ ਹਨ। ਬਹੁਤ ਸਾਰੀਆਂ ਸੰਗਤਾਂ ਸੇਵਾ ਦੇ ਰੂਪ ਵਿੱਚ ਗੁਰੂ ਮਹਾਰਾਜ ਦੇ ਪਾਵਨ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਔਰ ਸਾਰੇ ਹੀ ਧਰਮ ਸਥਾਨ ਜਾ ਕੇ ਕੋਈ ਲੰਗਰਾਂ ਦੀ ਜਾਂ ਜਿਵੇਂ ਵੀ ਸੇਵਾ ਕੋਈ ਮਿਲਦੀ ਹੈ, ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਪਵਿੱਤਰ ਸਥਾਨ ਤੇ ਰੋਜ਼ਾਨਾ ਜੋ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਵਿਚਾਰ ਸੰਗਤਾਂ ਸਰਵਣ ਕਰਕੇ ਲਾਭ ਪ੍ਰਾਪਤ ਕਰਦੀਆਂ ਹਨ। ਸੋ ਅੱਜ ਸੰਗਰਾਂਦ ਦਾ ਪੁਰਬ ਹੋਣ ਦੇ ਨਾਤੇ ਜੋ 12 ਮਹਾਂ ਬਾਣੀ ਹੈ, ਇਹਦੀਆਂ 14 ਪੌੜੀਆਂ ਗੁਰੂ ਮਹਾਰਾਜ ਨੇ ਪੰਚਮ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਵਿੱਚ ਤੋਂ
ਉਚਾਰਨ ਕੀਤੀਆਂ ਹਨ। ਪਹਿਲੀ ਜੋ ਪੌੜੀ ਉਹ ਮੰਗਲਾਚਰਨ ਰੂਪ ਹੈ। 12 ਪੌੜੀਆਂ ਦੇ ਵਿੱਚ ਮਹੀਨਿਆਂ ਦੀ ਵਿਚਾਰ ਹੈ। ਜੋ 14ਵੀਂ ਪੌੜੀ ਹੈ ਉਹਦੇ ਵਿੱਚ ਇਸ ਬਾਣੀ ਦੇ ਪੜ੍ਹਨ ਸੁਣਨ ਦਾ ਜੋ ਮਹਾਤਮ ਹੈ ਉਹ ਵਰਣਨ ਕੀਤਾ ਗਿਆ ਹੈ। ਸਿਆਣੇ ਪੁਰਸ਼ਾਂ ਨੇ ਸਮੇਂ ਦੀ ਵੰਡ ਕੀਤੀ ਹੈ। ਸਾਲ ਹਨ, ਮਹੀਨੇ ਹਨ, ਖੇਤਾਂ ਤੇ ਬਾਗ ਵਗੈਰਾ ਜਿਹਦੇ ਨਾਲ ਇਹ ਸਾਰਾ ਵਿਵਹਾਰ ਚੱਲ ਰਿਹਾ ਹੈ। ਐਸਾ ਨਾ ਹੋਵੇ ਕੋਈ ਪਤਾ ਨਾ ਲੱਗੇ ਕਿਹੜੀ ਤਰੀਕ ਹੈ, ਕਿਹੜਾ ਦਿਨ ਹੈ, ਕੀ ਸਮਾਂ ਹੈ। ਕੋਈ ਇਨਸਾਨ ਵੀ ਆਪਣੇ ਜਿੱਥੇ ਜਿੱਥੇ ਕੋਈ ਕਾਰਜ ਹੈ ਉਹਨੂੰ ਸਮੇਂ ਨਾਲ ਨਹੀਂ ਕਰ ਸਕਦਾ ਹੈ। ਸਿਆਣੇ ਪੁਰਸ਼ਾਂ ਨੇ ਸਮੇਂ ਦੀ ਬੜੀ ਸੁੰਦਰ ਤਰਤੀਬ ਬਣਾਈ ਹੈ। 24 ਘੰਟੇ ਹੈ, ਇਹ 7 ਦਿਨ ਹਨ, 15 ਤਿੱਥਾਂ ਹਨ, ਮਹੀਨੇ ਆ, 6 ਮਹੀਨੇ ਸਾਲ ਦੇ 2 ਐਨ ਬਣਾਏ ਹੈ। 12 ਮਹੀਨਿਆਂ ਦਾ ਸਾਲ, ਇਸ ਤਰ੍ਹਾਂ ਸਦੀਆਂ, ਬਹੁਤ ਲੰਬਾ ਇਹ ਸਮੇਂ ਦਾ ਚੱਕਰ ਬਣ ਜਾਂਦਾ ਹੈ। ਛੋਟੇ ਤੋਂ ਛੋਟਾ ਵੀ ਹੈ। ਸੋ ਇਸ ਵਾਸਤੇ ਸਿਆਣੇ ਸਾਡੇ ਜਿਹੜੇ ਮਹਾਂਪੁਰਖ ਸੀਗੇ ਉਹਨਾਂ ਨੇ ਜਿਗਿਆਸੂਆਂ ਦੇ ਭਲੇ ਵਾਸਤੇ ਕੁਝ ਦਿਨ ਨਿਯੁਕਤ ਕੀਤੇ ਕਿ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਜ਼ਰੂਰ ਸਤਸੰਗਤ ਕਰਿਆ ਕਰੋ। ਜੇ ਕੋਈ ਰੋਜ਼ਾਨਾ ਕਰਦਾ ਹੈ ਤਾਂ ਬਹੁਤ ਵੱਡੀ ਗੁਰੂ ਮਹਾਰਾਜ ਦੀ ਕਿਰਪਾ ਹੈ। ਹਫ਼ਤੇ ਪਿੱਛੋਂ ਜਾਂ ਮਹੀਨੇ ਵਿੱਚ ਵੀ ਆ ਕੇ ਸੰਗਤ ਕੀਤੀ ਜਾਏ, ਕੁਝ ਨਾ ਕੁਝ ਲਾਭ ਜ਼ਰੂਰ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਸੰਗਰਾਂਦ ਦੇ ਦਿਨ 'ਤੇ ਵੀ ਸੰਗਤ ਗੁਰੂ ਘਰਾਂ 'ਚ ਆਉਂਦੀ ਹੈ। ਪੁੰਨਿਆਂ ਜਾਂ ਵਾਪਸ ਜਾਂ ਕੋਈ ਗੁਰਪੁਰਬ ਸ਼ਹੀਦੀ ਜੋੜ ਮਿਲੇ ਜਾਂ ਕੋਈ ਗੁਰੂ ਘਰ ਦੇ ਤਿਉਹਾਰ ਹਨ, ਮਹਾਂਪੁਰਖਾਂ ਦੀਆਂ ਬਰਸੀਆਂ ਵਗੈਰਾ, ਇਹਨਾਂ ਦਿਨਾਂ 'ਤੇ ਵਿਸ਼ੇਸ਼ ਰੂਪ ਵਿੱਚ ਸੰਗਤਾਂ ਇਕੱਤਰ ਹੋ ਕੇ ਨਾਮ ਬਾਣੀ ਦਾ ਲਾਭ ਪ੍ਰਾਪਤ ਕਰਦੀਆਂ ਹਨ। ਸੋ ਜਿਹੜੇ ਰੋਜ਼ਾਨਾ ਗੁਰੂ ਕੀ ਸੰਗਤ ਵਿੱਚ ਆ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਹਨ, ਗੁਰੂ ਦਾ ਜਸ ਬਾਣੀ ਇਤਿਹਾਸ ਦੁਆਰਾ ਸਰਵਣ ਕਰਦੇ ਹਨ, ਗੁਰੂ ਮਹਾਰਾਜ ਦਾ ਕੋਟਾਨ-ਕੋਟ ਧੰਨਵਾਦ ਹੈ ਜੋ ਉਹਨਾਂ ਪ੍ਰੇਮੀਆਂ ਨੂੰ ਸਮਤ ਦਿੰਦੇ ਹਨ ਜੋ ਹਰ ਰੋਜ਼ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਸਜ ਕੇ ਪਿਆਰ ਸ਼ਰਧਾ ਦੇ ਨਾਲ ਮਹਾਰਾਜ ਦੀ ਅੰਮ੍ਰਿਤ ਰੂਪੀ ਬਾਣੀ ਔਰ ਇਤਿਹਾਸ ਸਰਵਣ ਕਰਕੇ ਸਮਾਂ ਤੇ ਜੀਵਨ ਸਫਲ ਬਣਾਉਂਦੇ ਹਨ। ਸੁਭਾਅ ਪਿਆਰ ਦੇ ਨਾਲ ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ, ਮਹੀਨੇ ਦੀ ਵਿਚਾਰ ਸਰਵਣ ਕਰਨ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 12ਵਾਂ ਮਾਝ ਮਹੱਲਾ ਪੰਜਵਾਂ ਘਰ ਚੌਥਾ। ਇਹ 12 ਮਹਾ ਜਿਹੜਾ ਉੱਤੇ ਸਿਰਲੇਖ ਦਿੱਤਾ ਹੈ ਬਾਣੀ ਤੇ, ਉਹਦੇ 'ਚ 12 ਮਹਾ ਕਿ 12 ਮਹੀਨਿਆਂ ਦੇ ਉੱਤੇ ਵਿਚਾਰ ਹੋਵੇਗੀ। 'ਚ। 'ਪਹਿਲਾਂ ਬੇਨਤੀ ਕੀਤੀ ਹੈ
कि पहली पौड़ी जिहड़ी वो मंगल रूप है, अंतिम पौड़ी बाणी के महात्म विच महाराज ने बख्शिश की है। क्योंकि 12 महीने उस बाणी का नाम भी 12 महा है। महा नाम ही महीने का है। 12 महीनों की जिस बाणी विच विचार होवे उस बाणी नूं 12 माह दे नाल गुरु महाराज ने लिखिया है। और राग जड़ा है मांझ, ये मांझ राग दे विच पंचम पातशाह जी ने कृपा की है। और घर चौथा है। 4 ताल दे विच रागी लोग जिहड़े वो सुर ताल विच बाणी गाउंदे हन। इत्थे 4 ताल विच जुदे जुदे ताल हैगे आ, उन्हां बारे लिखिया भी है। जिथे जिहड़ा भी ताल है उत्थे चौथे अधिकार मैंने ताल दे विच ये बाणी गाई जाती है। पंचम पातशाह जी अपने मुखारविंद तो ये महीनों की विचार बारे कृपालता करते हैं। क्योंकि हर इंसान चाहता है मैनू सुख मिले, मेरा दिन रात समा महीना सारी उम्र सुख की बतीत होवे। पर कर्म कई बारी अपना फल दिंदा है। सुख मंगत दुख आ गया आवे, सो सुख हमों ना मंगया पावे। मंगदा सुख है दुख आ जाता है। क्योंकि साडा कोई हीना कर्म आ जाता है, मिश्रित कर्म है। जिथे कोई पुण्य किया है उत्थे सुख है, जिथे कोई पाप होया सी उहदा फल दुख है। वो फिर अपने कर्मां के मुताबिक लड़ी चलती रहिंदी है। जिंदगी विच दुख सुख जिहड़े आ आउंदे रहिंदे हन। दुख सुख दोनों कपड़े पहरा आए मनुख। ये दुख सुख रूपी कपड़े मनुष्य जिया जून में आके पहनदा, उसका फल भुगतदा है। और उन्होंने कर्मां दे सुख का फल है, दुख का फल है। और पुण्य तो सुख, पाप तो दुख, इस तरह रले मिले कर्म हैगे। कोई निरा पुण्यमयी नहीं, निरा पापमयी नहीं। देवतियां नूं पुण्यमयी कहंदे है, उन्होंने पुण्य वधेरे है, पाप घट है। कईयां दे पाप ज़्यादा, पुण्य घट है। भैड़ियां भैड़ियां जूनियां हैं, वो कर्मां के मुताबिक ही सारा ये सिलसिला है। सो इस करके महाराज सच्चे पातशाह बाणी द्वारा विचार देंदे हैं। जे तुसीं ये अध्यात्मिक सुख प्राप्त करना चाहते हो, फिर बाणी तो विचार लैके नाम बाणी का अभ्यास करो। जो इस तरह करते रहेंगे तो फिर हौली हौली पापों की रास पूंजी घट जाएगी, पुण्य बढ़ जाएंगे, फिर बिल्कुल निष्कामता आ जाएगी, जिसके नाल हिरदा बिल्कुल शुद्ध और पवित्र हो जाएगा। पवित्र हिरदे विच तुसीं फिर अपने साखी चेतन आत्मा परमात्मा का दर्शन कर सकते हो। पानी साफ होवे चेहरा नजर आता है, गंदले विच भी भास से पैंदा है।
पर पूरा साफ दिखाई नहीं दिंदा। ये गल तो सारे मनते हैं कि आत्मा परमात्मा है, परछावे रूप विच, पर जिन्होंने अपने हिरदे नूं पवित्र शुद्ध कर लिया, उन्होंने साक्षात आत्मा परमात्मा के दर्शन होंदे हैं। इहदे वास्ते बहुत सारे कर्म बाणी विच भी, ग्रंथां च भी, संत लोग भी दसदे आ। इस तरह ये कर्म किए जान, हिरदे की शुद्धि और पवित्रता, ये शब्द पढ़िया पढ़ाया जाए, जाप किया जाए, हिरदा हौली हौली शुद्ध हो जाएगा। जदों हिरदे की पवित्रता हो गई, शुद्धि हो गई, फिर ऐटोमैटिक कुदरती तौर पर तुहानूं अपनी आत्मा का अनुभव होएगा। इस वास्ते गुरु महाराज ये गल सारे सुख की कह रहे हैं। सुख तुम सारे चाहते हो, सुख लैन का रस्ता गुरबाणी तो विचार लैके उत्ते चल के अपनी मंजिल पूरी करन नाल है। ये 12 माह की बाणी जिहदे हर महीने की विचार है, सरवण करके जो उपदेश मिलिया, यत्न करना उसके अनुकूल होके सत्संगत करिए, सेवा करिए, सिमरन करिए, जिहड़ा भी कर्म करिए, संगत विच आके बाणी द्वारा शब्द ही विचार लैके उसके अनुकूल तुरिया जाए, फिर कोई कलेश नहीं। इस वास्ते 12 माह की बाणी, 12 महीनों पर विचार दसदे है कि इन्हां विचारां दे नाल चलांगे, सानू सब नूं सुख की प्राप्ति होवेगी। एक ओंकार। वाहिगुरु परमेश्वर जी एक अद्वैत स्वरूप ਹਨ। सतगुर प्रसाद। ओंकार प्रकाश रूप ਹਨ। सतगुरां दी प्रसाद कृपा द्वारा उसकी प्राप्ति होंदी है। हुण लकड़ विच अग है, कितनी सर्दी होंदी है, पशु पंछियों में बुध नहीं, वो लकड़ चों अग प्रगट करके अपना ठंड सर्दी नूं दूर कर सकन, जां कोई होर इस तों कर्म लै कर करा सकन। इंसान नूं बुद्धि दिती है, लकड़ विच अग है, बिना जोत प्रगट नहीं होंदी। जिन्हों कोई बुद्धि है वो अग नूं पैदा करके सारी तरह के कारज, भोजन आदि रसोई के सारे काम सवार लेंदे हैं। इस तरह आत्मा चेतन साखी परमेश्वर सारे अंदर है। जिन्होंने विचार वाली बुद्ध मिली है, वो आत्मा नूं प्रगट करके अपना जो जीवन का लक्ष्य, तात्पर्य, अभिप्राय उसनूं सिद्ध कर लेंदे हैं। बाकी जिन्ना संसार आ, खाओ पियो मौज उड़ाओ, इतने के सर्कल विच, इन्ने चक्कर विच कमा लिया, खा लिया, उड़ा लिया, जां होर उठे सीधे कर लै। पर जिहड़ा गुरमुख वो समझदा कि हाँ काट चलो हर लाहा, आगे वसन सेहला। इत्थे तां असीं जीवन के मनोरथ का लाहा लैण वास्ते आए हैं। ये शरीर साडा अपना नहीं,
ਸਵਾਸ ਸਾਡੇ ਆਪਣੇ ਨੇ। ਇਹ ਸਾਨੂੰ ਪਰਮੇਸ਼ਰ ਦੀ ਬਖਸ਼ਿਸ਼ ਵਿੱਚ ਕੁਝ ਸਮੇਂ ਲਈ ਇਹ ਸਰੀਰ, ਇਹਦੇ ਕਰਿੰਦੇ ਇੰਦਰੀਏ, ਮਨ, ਬੁੱਧੀ ਇਹ ਮਿਲੀ ਹੈ। ਅਸੀਂ ਸਿਆਣੇ ਪੁਰਸ਼ਾਂ ਦੀ ਸੰਗਤ ਕਰਕੇ, ਬਾਣੀ ਦਾ ਵਿਚਾਰ ਲੈ ਕੇ ਉੱਤੇ ਤੁਰ ਕੇ, ਨਾਮ ਬਾਣੀ ਦਾ ਅਭਿਆਸ ਕਰਦੇ ਹੋਏ ਇਸ ਮਨੁੱਖ ਜਨਮ ਨੂੰ ਸਫਲ ਕਰ ਲਈਏ। ਕਿਉਂਕਿ ਜਨਮ ਤੋਂ ਮੌਤ ਤੱਕ ਸਾਡੇ ਕੋਲ ਸਮਾਂ ਹੈ। ਇਹ ਨਿਸ਼ਚਿਤ ਨਹੀਂ ਕਿ ਇਹਦੇ ਕੋਲ ਕਿੰਨਾ ਹੈ। ਇਹ ਪਰਾਰਬਧ ਦੀ ਪੂੰਜੀ ਕਿੰਨੀ ਆ, ਇਹ ਪਰਮਾਤਮਾ ਦੇਵ ਜਾਣਦੇ ਆ, ਜਾਂ ਕੋਈ ਗਿਆਨਵਾਨ ਸਾਧੂ ਜਾਣਦਾ ਹੈ। ਬਾਕੀ ਜਿੰਨਾ ਸੰਸਾਰ ਹੈ ਉਹ ਆਪਣੀ ਉਮਰ ਨੂੰ ਖਾਣ ਪੀਣ, ਪਹਿਨਣ, ਹੋਰ ਕਿਰਿਆਵਾਂ ਦੇ ਵਿੱਚ ਖਰਚ ਕਰਦਾ ਹੈ। ਵਿਰਲੇ ਵਿਰਲੇ ਪੁਰਸ਼ ਆ ਜਿਹੜੇ ਨਾਮ ਬਾਣੀ, ਸੇਵਾ, ਸਿਮਰਨ, ਸਤਸੰਗ ਦੇ ਵਿੱਚ ਜੀਵਨ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਔਰ ਜਿਹੜੇ ਇਸ ਪਾਸੇ ਲੱਗੇ, ਮਨੁੱਖ ਜਨਮ ਦੇ ਮਨੋਰਥ ਨੂੰ ਸਮਝਿਆ, ਉਹਨਾਂ ਨੇ ਤਾਂ ਆਪਣੀ ਯਾਤਰਾ ਸਫਲ ਕਰ ਲਈ। ਇਹ ਸਰੀਰ ਸਾਨੂੰ ਪਰਮਾਤਮਾ ਵੱਲੋਂ ਆਧਾਰ ਵਿੱਚ ਮਿਲਿਆ, ਸਦਾ ਸਾਡੇ ਕੋਲ ਰਹਿਣਾ ਨਹੀਂ। ਕਦੋਂ ਸਵਾਸ ਉਸਨੇ ਲੈ ਲੈਣੇ ਆ, ਇਹਦਾ ਲਾਹਾ ਲੈਣਾ ਚਾਹੀਦਾ। ਰਿਸ਼ਤੇਦਾਰਾਂ ਤੋਂ ਤੁਸੀਂ ਗੱਡੀ ਸਵਾਰੀ ਲਈ ਹੈ, ਉਹ ਕੁਝ ਦਿਨ ਵਾਸਤੇ ਹੈ, ਹਮੇਸ਼ਾ ਨਹੀਂ। ਉਹਦੇ ਨਾਲ ਤੁਸੀਂ ਹਜ਼ੂਰ ਸਾਹਿਬ, ਪਟਨਾ ਸਾਹਿਬ, ਮੁਕਤਸਰ, ਦਮਦਮਾ, ਕੇਸਗੜ੍ਹ, ਸ੍ਰੀ ਹਰਿਮੰਦਰ ਸਾਹਿਬ ਅਥਵਾ ਹੋਰ ਧਰਮ ਸਥਾਨਾਂ ਦੀ ਯਾਤਰਾ ਲਈ, ਚੰਗੇ ਕੰਮਾਂ ਲਈ ਵਰਤ ਸਕਦੇ ਹੋ। ਉਹ ਤੁਹਾਡੇ ਲਾਹੇ ਦੇ ਦਿਨ ਆ। ਕਿਉਂਕਿ ਜਿਸ ਮਿੱਤਰ ਨੇ ਗੱਡੀ ਦਿੱਤੀ ਸੀ ਉਹਨੂੰ ਲੈ ਲੈਣੀ ਹੈ, ਤੇ ਜੇ ਉਸ ਗੱਡੀ ਦੁਆਰਾ ਬੁਰੀਆਂ ਸੁਸਾਇਟੀਆਂ ਵੱਲ ਜਾਂਦੇ ਰਹੇ, ਤੇਲ ਵੀ ਉਹੀ ਫੂਕਿਆ, ਸਮਾਂ ਵੀ ਉਹੀ, ਗੱਡੀ ਮਿੱਤਰ ਦੀ ਮਿੱਤਰ ਕੋਲ ਚਲੇ ਜਾਣੀ। ਪਰ ਤੁਹਾਡਾ ਉਹ ਜਿਹੜਾ ਸਮਾਂ ਸੀ ਵਿਅਰਥ, ਨਿਸ਼ਫਲ ਚਲੇ ਗਿਆ। ਤੇ ਜਿਨ੍ਹਾਂ ਨੇ ਯਾਤਰਾ ਸਤਸੰਗਤ ਦੇ ਰੂਪ ਵਿੱਚ ਉਹਨੂੰ ਵਰਤਿਆ, ਗੱਡੀ ਮਿੱਤਰ ਦੀ ਮਿੱਤਰ ਕੋਲ ਜਾਏਗੀ। ਜਿੰਨੇ ਦਿਨ ਰਹੀ, ਚੰਗੇ ਕੰਮਾਂ 'ਚ ਤੁਸੀਂ ਲਾਹਾ ਲੈ ਲਿਆ। ਇਹ ਸਰੀਰ ਸਾਨੂੰ ਮਿਲਿਆ, ਇਹ ਸਾਡਾ ਨਹੀਂ, ਸਦਾ ਸਾਡੇ ਕੋਲ ਨਹੀਂ ਰਹਿਣਾ। ਇਹਨੂੰ ਰੱਖਣ ਵਾਸਤੇ ਇਨਸਾਨ ਯਤਨ ਵੀ ਬਹੁਤ ਕਰ ਰਹੇ ਹਨ। ਜਿੰਨੇ ਮਰਜ਼ੀ ਯਤਨ ਕਰ ਲਓ, ਇਹ ਸਰੀਰ ਸਦਾ ਸਾਡੇ ਕੋਲ ਨਹੀਂ ਰਹੇਗਾ। ਇਹ ਭੈਣ, ਭਰਾ, ਮਿੱਤਰ, ਸੱਜਣ, ਜੋ ਕੁਝ ਵੀ, ਇਹ ਸਦਾ ਸਾਡੇ ਕੋਲ ਰਹਿਣ ਵਾਲਾ ਨਹੀਂ। ਇਹ ਤਾਂ ਲਾਹੇ ਦਾ ਸਮਾਂ ਹੈ ਕਿ ਜਿੰਨਾ ਚਿਰ ਇਹ ਦੇਹ ਮਿਲੀ ਹੈ, ਇਹ ਪਰਮਾਤਮਾ ਦੇ ਭਜਨ ਵਾਸਤੇ, ਸਤਸੰਗ, ਸੇਵਾ, ਸਿਮਰਨ ਵਾਸਤੇ ਮਿਲੀ ਹੈ। ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ। ਆਤਮਾ ਦੇ ਵਿਯੋਗ ਤੋਂ ਬਾਅਦ ਇਹਦਾ ਕਾਣੀ ਕੋਡੀ ਮੁੱਲ ਨਹੀਂ ਪਏਗਾ। ਜਿਹੜੇ ਸਿਆਣੇ ਪੁਰਸ਼ ਆ ਉਹ ਤਾਂ ਫਿਰ ਸਮਝਦੇ ਦੇਵ ਦੇ ਹੀ ਹੈ, ਤੋਂ ਲਾਹਾ ਲੈ ਲਈਏ। ਕਾਇਆ ਗੜ ਸੋਹਿਆਰਾ, ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰੇ ਪ੍ਰਾਣ ਵਾਸਤਾ ਬੌੜ ਜਨਮ ਨਾ ਆਵਾ। ਮਨ ਵਿਦਿਆ ਦਇਆਲ ਸੇਤੀ ਮੇਰੀ ਮਾਈ। ਉਹ ਤਾਂ ਲਾਹਾ ਲੈਂਦੇ ਆ। ਜਿਹੜੇ ਦੁਸ਼ਟ ਲੋਕ ਆ, ਇਹਦਾ ਦੁਰਉਪਯੋਗ ਕਰਦੇ, ਇਹਨੂੰ ਵੀ ਕਲੰਕੀ ਕਰਦੇ ਆ। ਔਰ ਪਾਪਮਈ ਕਰਮ ਕਰਕੇ
ਆਪਣੇ ਆਪ ਨੂੰ 84 ਲੱਖ ਭੈੜੀਆਂ ਜੂਨੀਆਂ ਦੇ ਬੰਧਨ ਵਿੱਚ ਬੰਨ੍ਹ ਲੈਂਦੇ ਆ। ਜਦੋਂ ਨਿਕਲਦਾ ਸਮਾਂ ਸੀ ਉਹ ਸੀ ਦੇਖਦੇ ਹੀ ਮਨੁੱਖ ਦੇ, ਇਹਦਾ ਲਾਹਾ ਹੀ ਨਹੀਂ ਲਿਆ। ਇਹਨੂੰ ਵੀ ਉਹ ਜਿਹੜੀਆਂ ਪਸ਼ੂ ਬਿਰਤੀਆਂ ਸੀਆਂ ਉਹਨਾਂ ਦੇ ਅਧੀਨ ਹੋ ਕੇ ਸਰੀਰ ਮਨੁੱਖ ਦਾ ਮਿਲਿਆ ਸੀ। ਕਰਮ ਮਨੁੱਖਾਂ ਵਾਲੇ ਨਹੀਂ, ਕਰਮ ਪਸ਼ੂਆਂ ਵਾਲੇ ਕਰਦੇ ਰਹੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਪਰ ਜਿਨ੍ਹਾਂ ਨੂੰ ਸਮਝ ਆ ਗਈ ਉਹ ਤਾਂ ਫਿਰ ਲਾਹਾ ਲੈਂਦੇ ਆ। ਤੇ ਮਹਾਰਾਜ ਕਹਿੰਦੇ ਆਏ ਤਾਂ ਇਸ ਕੰਮ ਲਈ ਸੀ, ਜਪ ਤਪ ਸੇਵਾ ਸਿਮਰਨ ਸਤਸੰਗ ਲਈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਇੱਧਰ ਤਾਂ ਕੀਤਾ ਹੀ ਨਾ, ਆਇਆ ਤੇ ਇਸ ਕੰਮ ਵਾਸਤੇ ਸੀ। ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਬਹੇਲਾ। ਇਹ ਬੇੜਾ ਬਣਾਇਆ ਹੀ ਨਹੀਂ ਜਪ ਤਪ ਦਾ, ਕਮਾਈ ਨਹੀਂ ਕੀਤੀ ਜਿਹਦੇ ਦੁਆਰਾ ਅਸੀਂ ਸੰਸਾਰ ਸਾਗਰ ਤੋਂ ਪਾਰ ਹੋਣਾ ਸੀ। ਕੰਮ ਉਹ ਕਰਦੇ ਰਹੇ ਜਿਹੜੇ ਪਾਪਾਂ ਨਾਲ ਸਾਨੂੰ ਨਾਸਾਂ ਤੋਂ ਫੜ ਫੜ ਕੇ ਡੋਬਣਾ, ਚੰਗੀ ਤਰ੍ਹਾਂ ਡੁੱਬ ਰਿਹਾ ਸੰਸਾਰ, ਗਰਕ ਹੋ ਰਿਹਾ। ਪਰ ਬਚਣ ਦਾ ਸਾਧਨ ਕਛ ਅਪਾਪ ਮੁਕਤ ਕਾ ਕਰ ਰਹੇ। ਮੁਕਤ ਹੋਣ ਦਾ ਅਪਾਪ ਕਰ, ਪਰ ਇਹ ਬੰਧਨ ਵਿੱਚ ਬੰਝਣ ਦੇ ਉਪਾਤ ਬਹੁਤ ਕਰ ਰਿਹਾ, ਮੁਕਤ ਹੋਣ ਦਾ ਨਹੀਂ ਕਰ ਰਿਹਾ। ਮਹਾਰਾਜ ਕਹਿੰਦੇ ਜੇ ਮੁਕਤੀ ਲੈਣੀ ਹੈ, ਇੱਕ ਓਂਕਾਰ ਨਾਲ ਜੁੜਨਾ ਪੈਣਾ। ਜੁੜਨ ਦੀ ਵਿਧੀ ਵਿਧਾਨ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੋਣੀ ਹੈ। ਕਿਰਤ ਕਰਮ ਕੇ ਵਿਛੁੜੇ। ਪਾਤਸ਼ਾਹ ਜੀ ਇਹ ਜੀਵ ਪਰਮਾਤਮਾ ਤੋਂ ਕਿਉਂ ਵਿਛੜ ਗਏ? ਮਹਾਰਾਜ ਕਹਿੰਦੇ ਕੀਤੇ ਹੋਏ ਕਰਮਾਂ ਨਾਲ ਵਿਛੜ ਗਏ। ਐਸੇ ਮਾੜੇ ਕਰਮ ਕੀਤੇ ਵਿਛੜ ਗਏ। ਕਈ ਵਾਰੀ ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਆ, ਪਾਲਣਾ ਪੋਸ਼ਣਾ ਕਰਦੇ ਆ, ਪੜ੍ਹਾਈ ਲਿਖਾਈ ਸਾਰੀ ਤਰ੍ਹਾਂ ਸਹਿਯੋਗ ਮਦਦ ਦਿੰਦੇ ਆ। ਉਹ ਗਲਤ ਸੁਸਾਇਟੀ ਵਿੱਚ ਕੁਸੰਗਤ 'ਚ ਪੈ ਕੇ ਇਤਨੇ ਬਦ ਕਰਮ ਕਰਦਾ ਹੈ। ਮਾਤਾ ਪਿਤਾ ਨੂੰ ਅਲਾਮੇ ਹੁੰਦੇ ਆ। ਕਈ ਵਾਰੀ ਐਸੇ ਕਰਮ ਇਹ ਭਗੌੜਾ ਹੋ ਜਾਂਦਾ, ਪੁਲਿਸ ਵਾਲੇ ਮਾਤਾ ਪਿਤਾ ਨੂੰ ਪਕੜ ਲੈਂਦੇ, ਹਾਜ਼ਰ ਕਰੋ ਕਿੱਥੇ ਹੈ, ਜੇਲ੍ਹ ਦਿਖਾ ਦਿੰਦੇ। ਉਹ ਅੱਕੇ ਹੋਏ ਕਈ ਵਾਰੀ ਬਦਖਲ ਕਰ ਦਿੰਦੇ ਆ ਵੀ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਇਸ ਨੇ ਤਾਂ ਮਾਤਾ ਦੀ ਜਵਾਨੀ ਵੀ ਗਵਾਈ ਕਿ ਇਸ ਨੇ ਸਾਡੇ ਵਾਸਤੇ ਰੋਜ਼ ਕਲੇਸ਼ ਹੀ ਖੜਾ, ਸਮਾਜ ਵਿੱਚ ਵੀ ਸਾਨੂੰ ਬਹੁਤ ਹੀ ਲਾਹਨਤਾਂ ਦਵਾਈਆਂ। ਉਹ ਬਦਖਲ ਕਰ ਦਿੰਦੇ ਆ। ਉਹ ਹੁਣ ਕਿਨ ਵਿਛੋੜਿਆ ਉਹਨਾਂ ਨੂੰ? ਉਹਦੇ ਕਰਮਾਂ ਨੇ ਵਿਛੋੜਿਆ ਮਾਤਾ ਪਿਤਾ ਨੂੰ। ਇਸ ਤਰ੍ਹਾਂ ਪਰਮਾਤਮਾ ਤੋਂ ਜੀਵ ਕਿਵੇਂ ਵਿਛੜਿਆ? ਇਸ ਤਰ੍ਹਾਂ ਦੇ ਕਰਮ ਕਰਦਾ, ਉਹ ਆਪਣੇ ਮਾੜਾ ਕਰਮਾਂ ਕਰਕੇ ਵਿਛੜ ਜਾਂਦਾ ਹੈ। ਪਰਮਾਤਮਾ ਤਾਂ ਬਹੁਤ ਦਿਆਲੂ ਹੈ, ਫਿਰ ਵੀ ਦਇਆ ਕਰਦਾ। ਹੁਣ ਸਮਝੇ ਸਮਝਦਾ ਹੀ ਨਹੀਂ। ਸ਼੍ਰੀ ਰਾਮ ਰਾਏ ਜੀ ਲੈ ਲਓ, ਧੀਰਮਲ ਜੀ ਲੈ ਲਓ, ਪ੍ਰਿਥੀ ਚੰਦ ਦੇ ਗੁਰੂ ਅੰਸ਼ਾਂ ਸੀਆਂ। ਗੁਰੂ ਅੰਸ਼ ਹੁੰਦਿਆਂ ਹੋਇਆਂ ਗੁਰੂ ਘਰ ਤੋਂ ਬਾਗੀ ਹੋ ਕੇ ਤੁਰਦੇ ਰਹੇ ਔਰ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਮਹਾਰਾਜ ਬਹੁਤ ਲੰਬਾ ਸਮਾਂ
बड़ी फराक दिली नाल देखते सुनते रहे। जदों आखिरी कर दिती तो महाराज ने हुक्मनामे जारी किए, मीणे मसंदिए धीर मलीए राम रहीए, कुड़ी मार नड़ी मार सिर गुम, इन्हां नाल मेरा सिख ना वरते। क्यों विछड़े? गुरु घर विच आए और गुरु घर तो बागी होके और गुरु घर के खिलाफ साजिशां रचते रहे। गुरु घर तो विछड़ गए, हुण तक विछड़े ही फिरदे हैं। गज के बोलो उन्होंने कर्मां ने भी छोड़िया ना। बिरथी चंद श्री गुरु रामदास जी के घर च जन्मे, पीरमल राम राय बाणी की पंक्ति बदली, किड्डा वड्डा करामाती सी। 365 औरंगजेब नूं करामातां दिखा के एडा जालम राजा उतों उच्चा आसन ला के बहिंदा हुंदा सी, जिहड़ा किसी दा भी सका नहीं। राम राय नूं मनदा सी, पर जदों बाणी दे उत्ते पंक्ति खुशामद विच आचारी ते धन धन साहिब श्री गुरु हरराय साहिब इतने नियांकारी सतगुरु एडे करामाती पुत्र की भी लिहाज नहीं की। कहन लगे गुरु नानक साहब की बाणी तिन्ना लोकां 14 भवनां खंडां ब्रह्मंडां विच अज तक गुरु नानक साहब की बाणी ते कोई किंतु नहीं कर सकिया। ते साडे घर च जम के जिधर नूं मूँह उधर नूं चले जाए। एडा वड्डा करामाती पुत्र दिल्ली च जाके अपनी धंक जमा के बैठा सी, ते जिहड़े अज गुरु ग्रंथ साहब नूं अगन भेंट करते हैं, बेअदबियां करते हैं, इन्हां नूं किते ढोई मिलूगी। ये नरकां दी अग विच सड़दे मचदे रहणगे। सो इस वास्ते सोच लेना चाहिए, क्योंकि कीते हुए कर्मां नाल इंसान विछड़ जाता है। महाराज नहीं विछोड़ते, महाराज तो हरेक नूं गल लाउंदे हैं, पर इहदे जिहड़े कर्म आ इहनूं विछोड़ दिंदे हन। कार किरपा मेला राम, हे सतगुरु किरपा करो, सानू विछड़ियां नूं अपने चरनां नाल मेल लेना करो। चार कुंट दह दस भ्रमे, चारे कुंटां विच 10 देशां विच दिशां और उपदिशां, धरती और आकाश, 4 दिशां हो गई, 4 उपदिशां हो गई, 8 हो गई। धरती आकाश 10, सारे घूम घुमा के थक गए हाँ। थक आए प्रभ की साम, ये पातशाह जी हुण थक के तुहाडी साम शरण च आए हैं। हुण किन्ना कुं बंदा भजूगा, किन्ना कुं नसूगा, उठ के थक के डिग पेगा। काम धंधे भी किन्ना कुं करेगा, किन्ना कुं खा पहन लवेगा, उड़क थक जाता है। क्योंकि जिहड़ा सनातन मत सी उहदे विच सी ब्रह्मण शब्द विस्तार, बड़ा कर्मां दा विस्तार सी, पूजा दा विस्तार बहुत सी। ते जैन मत दे महापुरख महावीर ने एक शब्द होर कढ़िया, श्रमण। इन्ना कल ही दौड़ना, ये भी डिगना ही है, थक टुट के भी डिगना। करो ही उन्ना जिन्ना वध थकेवा ही ना होवे, करते भी रहो।
सो इस वास्ते महाराज सच्चे पातशाह किरपा करते हैं कि 4 कुंटां च जीव घूम के फिर के आ गया, थक आए प्रभु की शान। बहुतियां दी शरण विच गए, कोई शरण देण जोगा नहीं, संकट पूर्ण सहायता करने वाला नहीं। सारियां को घूम देख लिया, जिमें भट्टा ने पानी च लिखिया, रहो संतों टोल साध बहुत तेरे डिठे, सन्यासी तपसिया मुखों ए पंडित मिठे, एक बरसों फिरियो किने न परचा लायो, कहत्या कहती रैत को खुशी न आयो, हर नाम छोड़ दूजे लगे तिनके गुण हो क्या कहो, गुरदई मलाए भिखिया जिव तू रख है तिवरो। आ सारे मारे घूम के आ गए, किसी ने बांह नहीं फड़ी, किसी ने शांति नहीं दी। धन गुरु अर्जन साहब तुसीं किरपा करो। महाराज ने फिर किरपा कर भी दी। फिर तो उन्होंने शब्द भी कहे ना, अंत न पावत देव स्वै मन इंद्र महांस विजोग करी, खून वेद बरंस विचार रहे हर जाप न छाड़िया एक करी, मथुरा जन को प्रभ दीन दयाल है, सब संगत श्रेष्ठ निहाल करी, रामदास गुरु जग तारण को, गुर जोत सो अर्जन माहे तरी। इत्थे आके सफर मुका उन्हां दा, घूम के थक गए, कहते हुण शांत है। जदों शांत हो गए, उन्हां शांत पुरखां दी बाणी भट्टां दे सवैयां दे रूप दे विच श्री गुरु ग्रंथ साहब दे विच अंकित कीती। महाराज शांत हो गया, कोई बकार नहीं रह गया, कोई दोष ही नहीं रह गया, बिल्कुल शुद्ध हो गया, पवित्र हो गया। ते साम शरण विच जदों आ जाता शरण, हुण कश्मीरी पंडित थोड़े देवी देवतियों को घूमे सी, अखीरी देवतियां जो बड़ा देवता महादेव के सारे नूं महा बड़ा देवता कौन? शिव जी। अंबरनाथ गए, उत्थे टरियां खड़काइयां, वो कहते भी मैं नहीं कर सकता। माखोवाल की धरती श्री आनंदपुर साहब, धन गुरु नानक साहब जी की गद्दी के 9वें स्वरूप धन धन साहिब श्री गुरु तेग बहादुर साहब जी तुहाडी रक्षा करनगे। गज के बोलो वाहिगुरू। वो आ गए, महाराज ने बलिदान दिता, मती दास सती दास दयाल दास ने बलिदान दिते, उन्होंने धर्म की रक्षा की। हुण साडे धर्म की रक्षा कौन करे? पहली गल तो असीं धर्मी बनने लई तैयार नहीं, साडा अपने गुरु के उत्ते विश्वास ही नहीं रहा। कल भी व्याख्या में सारियां गल्लां दसियां सी, समझाइयां सी। कोई किसी पासे दौड़ा फिरदा, कोई पासे पंज पीरीए बनिया। सिद्ध भरोसा साडे सिखां दा टुट चुका है इस वेले। 550 साला मनाउण 2 साल उपर हो गए। 552 साल कत्तक की पुनिया तो बाद 53वां शुरू हो जाना। हाले तो असीं जटा जूटे नहीं हो सके, नशे नहीं छड़ सके, अंबरधारी होना तो बहुत दूर चले गया। अंमृत वेले का उठना, इशनान करना, नाम बाणी का अभ्यास करना, वो तो गल्लां किते भागां वाले बिरलियां च रह गई। ये चीज़ां साडे जो अलोप हो गई, जिहदे कारण साडी आ दुर्दशा हो रही है हर पासे। ये छड़ दिता क्योंकि जिहड़ी सिੱਖੀ सी वो तां ही कायम रह सकदी जे गुरु की सिੱਖਿਆ नूं धारण करने वाले सिख बनते। हुण तां असीं सिखां दे जंम पे असीं सिख हां, सिखां दे जम्मण असीं सिख नहीं।
सिख होआ जिन गुरु की सिक्ख्या धारी। पहला तो सिख बनना, सिख तो सिंह तक सफरिया है। सिख तो सिंह बनाने लिए महाराज ने 239 साल लाए। सिख नूं सिंह बनाने लिए 239 साल लाए महाराज ने 10 गुरुआं ने, फिर सिंह बनया। हुण सिंह ना तो सारे रखाई फिरदे आ ते बोधे भी सब रखी फिरदे आ, ते फिर सिंह किवें होए? साडी सिੱਖੀ अज कित्थे सिंह पुणा कित्थे चल गया? गुरुद्वारे आ गए, हथ डूना प्रशाद दा, सिर दोरी दस्तार, मुछां पुखों मौलवी वेखण नूं सरदार। ते रुमाल जोगे भी नहीं रह गए, वो भी गुरुद्वारे लजदे सिर ढकण नूं। दस्तार भी गई, दफ्तार भी गई, रफ्तार भी गई, आचार भी चले गए, चाल चलन भी। ये महाराज ने बख्शां कीतियां सियां, वो सारियां ही बख्शिशां जड़ियां छड़ दित्तियां। ते जदों गुरु महाराज की रहत मर्यादा छड्डती ते फिर हुण बरकत किवें मिलेगी? महाराज ने तो कहा सी, जब लग खालसा रहे न्यारा, तब लग तेज दियो मैं सारा। जब जे गह विपरन की रीत, तब मैं ना करो इनकी प्रतीत। कि महाराज हुण साडे ते प्रतीत किवें करनगे? मर्यादा तो छड्ड दित्ती है। ते जिहड़े मर्यादा च अज भी रहिंदे आ, महाराज उन्हां ते मेहर भी करदे, कोई शक वाली गल नहीं, बख्शां करदे। हुण प्रतीत गवा लई ना, तुहाडे सामने सारा कुछ हो रहा, कहना की ज़्यादा? प्रतीत गवाई करके पल्ले रहा कुछ? हाले भी समझो, समझ के तुरो। बड़े बड़े रोज नगर कीर्तन निकलते हैं, बड़े बड़े कीर्तन दरबार हो रहे हैं। कहते सिੱਖੀ का प्रचार नहीं, घर घर टेपां बज रही बाणी के अर्थ कीर्तन दियां। ते आ जनाजा जिहड़ा निकलिया साडा इस वेले, पहला तो पंजाब के 4 टुकड़े करा लै, आ छोटा जिहा बनाया सी, ये भी सातों संभाल नहीं होया। तो गुरु ग्रंथ साहब की सेवा संभाल करनी सी, ये भी साडे हथों निकल गई। ये बहु गिणती का सिखां का सूबा सी, इत्थे भी रोज़ गुरु ग्रंथ साहब दीयां बेदबियां हो रही। एक कुछ थोड़ी हो रहा, ये साडे कोलों सारा कुछ खुस गया। असीं महाराज नूं पिठ दे दित्ती है, जिहदे कारण आ दुनिया तमाशा साडा देख रही है। इस वेले सतगुर सच्चे पातशाह समत दिंदे, हाले भी समझ आओ। पातशाह कहंदे हन, हाँ जी, थक आए प्रभ की साम। पर हाले असीं बहुत दौड़ लाई हुई है, भजे फिरदे, कोई एनू दौड़ा फिरदा, कोई एनू दौड़ा फिरदा। हाले थके नहीं ना, हाले समझते कि होर घूम लईए। कारां 'च घूम लो, हवाई जहाज़ां 'च घूम लो, जिन्ना मर्जी घूम लो, सिੱਖੀ सिद्धांत छड्ड के हाले हिंकड़ छड्डी नहीं, पल्ले भी कुछ नहीं। तो जे तां हंकार छड्ड के इत्थे खड़ जाइए ना, सदने में मैं नहीं किश हो नहीं, किश आहे ना मोरा, अवसर लज्जा राख लेहो, सदना जन तोरा फिर किरपा हो जो। तो हाले हैंकड़ उमें ही है, वो जिमें अखबार सड़ जाती है ना, अखर जिहा दीदे होंदे आ, पर फूक मारिया उड़ जाता सारा कुछ, हुंदा नहीं कुछ भी, सुआह बन चुकी होंदी। इस तरह का साडा जीवन बनया होया। दिखावा बहुत है, प्रपंची लीला बहुत है, पल्ले है नहीं कुछ भी, जिहदे कारण ये साडी दुर्गति हो रही है। राजसी पक्ष लै लो, धार्मिक पक्ष लै लो, समाजिक पक्ष लै लो, व्यवहारिक पक्ष लै लो, हर पक्ष में असीं मार खा रहे हैं, क्योंकि गुरु नूं पिठ दे दित्ती ना, रहत मर्यादा छड्डती, नितनेम छड्ड दित्ता। बस इकट्ठ रह गया बड़े बड़े। उत्थे जी 9 लाख का इकट्ठ होया सी, उस इकट्ठ चों निकलिया भी कुछ
ਜਿੱਦਣ ਕੱਠ 85,000 ਦਾ ਸੀ, ਨੰਗੀ ਤਲਵਾਰ ਲੈ ਕੇ ਆਏ ਨਾ ਕੇਸਗੜ੍ਹ, ਪੰਜੇ ਨਿਕਲੇ ਸੀ। ਗੱਜ ਕੇ ਬੋਲੋ ਵਾਹਿਗੁਰੂ। ਇੱਥੇ ਭੀੜ ਦਾ ਮੁੱਲ ਨਹੀਂ, ਇੱਥੇ ਸਿੱਖੀ ਸਿਧਾਂਤ ਨੂੰ ਗ੍ਰਹਿਣ ਕਰਨ ਵਾਲਿਆਂ ਦਾ ਮੁੱਲ ਆ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਪਾਤਸ਼ਾਹ ਕਿਰਪਾ ਕਰਦੇ ਆ, ਜੇ ਇੱਥੇ ਆ ਕੇ ਖੜ ਜਾਓਗੇ ਨਾ, ਕੋਈ ਮਹਾਰਾਜ ਜੀ ਥੱਕ ਗਏ 84 ਲੱਖ ਜੂਨਾਂ 'ਚ ਘੁੰਮ ਕੇ, ਤੁਹਾਡੀ ਸ਼ਰਨ ਆ ਗਏ, ਸਾਡੀ ਲਾਜ ਰੱਖ ਲੈਣਾ ਕਰੋ, ਫਿਰ ਤਾਂ ਕਿਰਪਾ ਕਰ ਦੇਣਗੇ। ਤੇਨ ਦੁੱਧ ਦੇ ਬਾਹਰੀ, ਜਿਹੜੀ ਤੈਨੂੰ ਗਊ ਦੁੱਧ ਤੋਂ ਬਾਹਰੀ ਹੋ ਜਾਂਦੀ ਹੈ ਨਾ, ਦੁੱਧ ਨਹੀਂ ਦਿੰਦੀ, ਫੰਡਰ ਬਣ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਕਿ ਅੱਗੇ ਦੱਸਦੇ ਹਨ, ਕਿਤਾ ਨਾ ਆਵੇ ਕਾਮ, ਕਿਸੇ ਕੰਮ ਨਹੀਂ ਨਾ ਹੁੰਦੀ। ਆ ਤੁਰੀਆਂ ਫਿਰਦੀਆਂ ਕਿ ਵਿਚਾਰੀਆਂ ਡੰਡੇ ਖਾਂਦੀਆਂ ਫਿਰਦੀਆਂ, ਬੁਰਾ ਹਾਲ ਹੈ। ਇਸ ਤਰ੍ਹਾਂ ਹੀ ਫਿਰ ਜਿਹੜਾ ਬੰਦਾ ਗੁਰੂ ਨੂੰ ਛੱਡ ਕੇ ਅਵਾਰਾ ਹੋ ਜਾਂਦਾ ਨਾ, ਸ਼ੁਭ ਗੁਣਾਂ ਤੋਂ ਰਹਿਤ ਹੋ ਜਾਂਦਾ, ਨਿਸ਼ਕਾਮ ਕਰਮਾਂ ਰੂਪੀ ਦੁੱਧ ਨਹੀਂ, ਉਹਨਾਂ ਦੀ ਵੀ ਦੁਰਗਤੀ ਇਸ ਤਰ੍ਹਾਂ ਹੀ ਹੁੰਦੀ ਹੈ। ਜਲ ਬਿਨ ਸਾਖ ਤੁਮ ਲਾਵਤੀ, ਅਗਲਾ ਦ੍ਰਿਸ਼ਟਾਂਤ ਬਖਸ਼ਿਸ਼ ਕਰਦੇ ਹਨ, ਜਿਵੇਂ ਪਾਣੀ ਤੋਂ ਬਿਨਾਂ ਸਾਖ ਖੇਤੀ ਜਿਹੜੀ ਹੈ ਸੁੱਕ ਸੜ ਜਾਂਦੀ ਹੈ। ਉਪਜਹਿ ਨਾਹੀ ਦਾਮ, ਜਦ ਸਿੱਟਾ ਹੀ ਨਹੀਂ ਪਿਆ, ਦਾਣੇ ਪੈਦਾ ਹੀ ਨਹੀਂ ਹੋਏ, ਮੰਡੀ ਗਏ ਨਹੀਂ, ਬੋੜ ਲੱਗਾ ਨਹੀਂ, ਤੇ ਦਾਮ ਦਮੜੇ ਕਿੱਥੋਂ ਮਿਲਣੇ ਆ। ਇਸ ਤਰ੍ਹਾਂ ਸਾਡਾ ਅੱਜ ਹਾਲਤ ਹੋਈ ਹੋਈ ਹੈ। ਹੁਣ ਕੱਲ੍ਹ ਵੀ ਕਿਹਾ ਸੀ ਨਾ, ਕਈ ਆਨੰਦਪੁਰ ਚੱਲੇ ਹੋਏ ਆ, ਉੱਥੇ ਜਾ ਕੇ ਨਾਈਆਂ ਦੀ ਦੁਕਾਨਾਂ ਨਹੀਂ ਲੱਜਣੀਆਂ, ਕਿ 3-4 ਦਿਨ ਹੋ ਗਿਆ ਰਾਹ 'ਚ, ਤੇ ਛੋਲਿਆਂ ਦੇ ਬਾਡਾ ਲਗਾ ਮੂੰਹ ਹੋ ਗਿਆ, ਇਹਨੂੰ ਥੋੜ੍ਹਾ ਜਿਹਾ ਸਾਫ਼ ਕਰਾ ਲਈਏ। ਉੱਥੇ ਜਾ ਕੇ ਵੀ ਨਾਈਆਂ ਦੀ ਦੁਕਾਨਾਂ ਲੱਜਦੇ ਫਿਰਦੇ ਆ। ਸ਼੍ਰੀ ਅਨੰਦਪੁਰ ਸਾਹਿਬ, ਇਹ ਤਾਂ ਸਾਡੀ ਹਾਲ ਉੱਥੇ ਸ਼ਰਾਬਾਂ ਦੇ ਠੇਕਿਆਂ 'ਤੇ ਤੁਰੇ ਫਿਰਦੇ ਆ। ਘਰ ਵਿੱਚ ਪਾਪ ਕਰੋਗੇ ਨਾ, ਕਿਸੇ ਸੰਤ ਦੇ ਡੇਰੇ ਬਖਸ਼ਾ ਲਓਗੇ। ਜੇ ਅਨੰਦਪੁਰ ਕੇਸਗੜ੍ਹ ਦੀ ਧਰਤੀ 'ਤੇ ਜਾ ਕੇ ਕੀਤਾ ਨਾ, ਇਹ ਪੱਤਰਾ ਪਾੜ ਦਿਓ, ਫਿਰ ਬਖਸ਼ਿਸ਼ ਕਰਾਉਣ ਲਈ ਕੋਈ ਦੁਨੀਆ 'ਤੇ ਥਾਂ ਨਹੀਂ ਲੱਜਣੀ। ਤੀਰਥਾਂ 'ਤੇ ਜਾ ਕੇ ਵੀ ਲੋਕ ਬੁਰੇ ਕੰਮ ਨਹੀਂ ਛੱਡਦੇ। ਤੀਰਥਾਂ 'ਤੇ ਜਾ ਕੇ ਤਾਂ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਉੱਥੇ ਜਾ ਕੇ ਵੀ ਫਿਰ ਭਾਲਦੇ ਹਾਂ ਕਿ ਮਾਰ ਸ਼ਰਾਬ ਖਾਣ ਨੂੰ ਮਿਲੇ, ਬੁਰੇ ਪਾਸੇ ਤੁਰੇ ਫਿਰਦੇ ਹਾਂ। ਕੋਈ ਸੰਗਤ ਦਾ ਰੂਪ ਨਹੀਂ ਬਣਾਉਣਾ, ਕੋਈ ਸ਼ਰਧਾ ਭਗਤੀ ਨਹੀਂ ਧਾਰਨੀ, ਟੋਲੇ ਬਣਾ ਲੈ, ਇੱਕ ਦੂਜੇ ਨੂੰ ਮਸ਼ਕਰੀਆਂ ਮਸ਼ਕੂਲੇ ਕਰ ਲੈ, ਪਰ ਯਾਤਰਾ ਕਰਨ ਦਾ ਢੰਗ ਰੰਗ ਸਿੱਖੋ। ਯਾਤਰਾ ਦਾ ਮਤਲਬ ਜਾਤ ਰਾਜ ਜਿੱਥੇ ਜਾ ਕੇ ਤਰ ਜਾਈਏ। ਅਸੀਂ ਡੁੱਬਣ ਵਾਲੇ ਕੰਮ ਕਰ ਰਹੇ ਹਾਂ। ਆ ਯਾਤਰਾ ਜਾਂਦੇ ਅੱਖਾਂ ਭਰ ਰੰਗ ਮਾਰਨਗੇ, ਉਹਦਾ ਐਕਸੀਡੈਂਟ ਹੋ ਜਾਊਗਾ। ਇਹ ਯਾਤਰਾ ਥੋੜ੍ਹੀ, ਡਰਾਈਵਰ ਦੀ ਅੱਖ 'ਚ ਪੈ ਗਿਆ ਮਸਾਲਾ, ਗੱਡੀ ਇੱਧਰ ਉੱਧਰ ਹੋ ਜਾਊ, ਐਕਸੀਡੈਂਟ ਹੋਊ। ਅਗਲਾ ਤਾਂ ਜੀਵਨ ਲੈਣ ਗਿਆ ਸੀ, ਤੁਸੀਂ ਮੌਤ ਦੇਣ ਡਏ ਆ। ਬਿਨਾਂ ਵਿਵੇਕ ਬੁੱਧੀ ਵਿਚਾਰ ਤੋਂ ਅਸੀਂ ਕੰਮ ਸਾਰੇ ਕਰਦੇ ਹਾਂ। ਹਲਾ ਲੱਲਾ ਬਸ ਇਹ ਗੱਲ ਸਿੱਖ ਲਈਏ, ਵਿਚਾਰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਉਪਜਹਿ ਨਾਹੀ ਦਾਮ, ਜੇ ਇਸ ਤਰ੍ਹਾਂ ਦੇ ਕੰਮ ਕਰਾਂਗੇ ਨਾ, ਦਾਮ ਦਮੜੇ ਕਿ ਨਾਮ ਰੂਪੀ ਸੌਦਾ ਨਹੀਂ ਪ੍ਰਾਪਤ ਹੋਏਗਾ, ਸ਼ੁਭ ਗੁਣਾਂ ਰੂਪੀ ਦਮੜੇ ਨਹੀਂ ਮਿਲਣਗੇ। ਹਰ ਨਾਹ ਨਾ ਮਿਲੀਐ ਸਾਜਨ, ਉਹ ਸੱਜਣ ਸਰੂਪੀ ਪਰਮੇਸ਼ਰ ਜਿਹੜਾ ਮਾਲਕ ਪਤੀ, ਉਹ ਇਹੋ ਜਿਹਾ ਵਿਵੇਕ ਤੋਂ ਹੀਣੇ ਕੰਮ ਕਰਨਾ ਨਹੀਂ ਮਿਲਦਾ ਹੈ। ਕਤ ਪਾਈਐ ਵਿਸਰਾਮ, ਕਿ ਕਿਸ ਤਰ੍ਹਾਂ ਵਿਸ਼ਰਾਮ ਮਨ ਦੀ ਟਿਕਾ ਅਵਸਥਾ ਪਾਵਾਂਗੇ, ਉਹ ਤਾਂ ਹੀ ਮਿਲਦੀ ਨਾ ਜੇ ਗੁਰੂ ਕੇ ਸਿਧਾਂਤ ਦੁਆਰਾ ਆਪਾਂ ਸਾਰੇ ਕੰਮ ਕਰਦੇ, ਇਹ ਤਾਂ ਸੁੱਖ ਸ਼ਾਂਤੀ ਹੋ ਜਾਣੀ ਸੀ। ਆ 550 ਸਾਲੇ ਤੇ ਬੜਾ ਜੀ ਦਮਗਜੇ ਮਾਰਦੇ ਰਹੇ। 70 ਲੱਖ ਦੁਨੀਆ ਆਈ, 1 ਕਰੋੜ ਦੁਨੀਆ ਆਈ, ਅੰਮ੍ਰਿਤ 100 ਬੰਦੇ ਨੇ ਛਕਿਆ ਸੀ। ਆਹ ਰਿਜ਼ਲਟ ਨਿਕਲਿਆ। 550 ਸਾਲੇ ਦੇ 550 ਬੰਦੇ ਨੇ ਅੰਮ੍ਰਿਤ ਨਹੀਂ ਛਕਿਆ। ਬਸ ਲੰਗਰ ਲਾ ਤੇ ਬਰਗਰ ਚੱਲ ਪਏ, ਤੇ ਬੁੜੀਆਂ ਨੇ ਰੋਟੀਆਂ ਪਕਾਉਣੀਆਂ ਵੀ ਛੱਡਤੀਆਂ, ਪਿੰਡੂਆਂ ਨੇ ਵੀ ਬਰਗਰ ਖਾਣ ਨੂੰ ਮਿਲਦੇ ਆ,
ਤੇ ਫਿਰ ਕਿਰਾਇਆਂ ਤੇ ਲਿਆ ਕੇ ਬੰਦੇ ਰੋਟੀਆਂ ਪਕਾਉਂਦੇ ਰਹੇ ਲੰਗਰਾਂ 'ਚ। ਇਹ ਸਾਡੀ ਸਿੱਖੀ ਇੱਧਰ ਨੂੰ ਤੁਰੀ ਹੋਈ। ਇਕੱਠ ਦੇਖਦੇ, ਭੀੜਾਂ ਦੇਖਦੇ ਹਾਂ, ਇਹ ਨਹੀਂ ਦੇਖਦੇ ਕਿ ਇਹਨਾਂ ਭੀੜਾਂ 'ਚੋਂ ਨਿਕਲਿਆ ਵੀ ਕੁਝ ਘਟਾ ਹੀ ਫੱਕ ਕੇ ਚਲੇਗਾ। ਸਿੱਖੀ ਸਿਧਾਂਤ ਅਪਣਾਓ, ਇਹ ਤਾਂ ਕੋਈ ਗੱਲ ਬਣ ਜਾਏਗੀ। ਪਾਤਸ਼ਾਹ ਸਾਨੂੰ ਸਮੱਤ ਦਿੰਦੇ ਆ ਕਿ ਬਚੋ ਬਚੋ, ਸਾਵਧਾਨ ਹੋ ਜਾਓ, ਰੈੱਡ ਅਲਰਟ ਕਰ ਰਹੇ ਹਨ। ਕਤ ਪਾਈਐ ਵਿਸਰਾਮ। ਇਹ ਕਿਸ ਤਰ੍ਹਾਂ ਵਿਸ਼ਰਾਮ ਟਿਕਾ ਦੀ ਅਵਸਥਾ ਪ੍ਰਾਪਤ ਕਰੋਗੇ? ਗੁਰੂ ਪਿਤਾ ਤੋਂ ਬਾਗੀ ਹੋ ਕੇ ਮਨ ਕਿਵੇਂ ਸ਼ਾਂਤ ਹੋਵੇਗਾ? ਜਿਤ ਘਰ ਹਰ ਕੰਤ ਨਾ ਪ੍ਰਗਟਾਏ। ਜਿਹੜੇ ਘਰ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਪ੍ਰਗਟ ਸਾਖਿਆਤ ਨਹੀਂ ਹੁੰਦਾ ਹੈ। ਭੱਠ ਨਗਰ ਸੇ ਗ੍ਰਾਮ। ਉਹ ਜਿਹੜੇ ਨਗਰ ਆ ਉਹ ਬਲਦੇ ਹੋਏ ਭੱਠ ਵਾਂਗੂ, ਚਾਹੇ ਕੋਈ ਅਮੀਰ ਆ, ਚਾਹੇ ਗਰੀਬ ਆ, ਚਾਹੇ ਬੁੱਧੀਜੀਵੀ ਹੈ, ਚਾਹੇ ਬੁੱਧੀ ਤੋਂ ਹੀਣਾ ਹੈ। ਇਹ ਸਰੀਰਾਂ ਰੂਪੀ ਨਗਰ, ਇਹ ਜਿਹੜੇ ਹੈ ਬਲਦੇ ਹੋਏ ਭੱਠ ਦੀ ਨਿਆਈ ਹਰ ਵੇਲੇ ਉਹ ਕਾਮ ਕ੍ਰੋਧ ਦੀ ਅੱਗ ਵਿੱਚ ਸੜ ਕੇ ਉਹਨਾਂ ਦੇ ਜੀਵਨ ਖੰਗਰ ਤੇ ਅੰਗਿਆਰ ਬਣ ਰਹੇ ਹਨ। ਸਰਬ ਸਿੰਗਾਰ ਤੰਬੋਲ ਰਸ। ਸਾਰਾਂ ਤਰ੍ਹਾਂ ਦੇ ਸ਼ਿੰਗਾਰ ਲੈ ਜਾਣ, ਤੰਬੋਲ ਰਸ, ਪਾਨਾਂ ਦੇ ਪੀੜਿਆਂ ਦੇ ਰਸ ਲੈ ਜਾਣ। ਸਾਣ ਦੇਹੀ ਸਭ ਖਾਮ। ਇਹ ਦੇਹੀ ਦੇ ਸਹਿਤ ਜਿੰਨੇ ਵੀ ਹਾਰ ਸ਼ਿੰਗਾਰ ਪੁੱਠੇ ਇਹੋ ਜਿਹਾ ਕਰਮ ਕਰਦੇ ਆ, ਉਹ ਸਾਰੇ ਖਾਮ। ਹਾਂਜੀ, ਉਹ ਖਾਮੇ ਨੇ ਜੀਵਨ ਨੂੰ ਖਾਮੀ, ਕਮਜ਼ੋਰੀ ਪੈਦਾ ਕਰਨ ਵਾਲੇ ਹਨ। ਦੋਸ਼ ਔਰ ਬੁਰਾਈਆਂ ਨੂੰ ਪੈਦਾ ਕਰਨ ਵਾਲੇ ਹਨ। ਪ੍ਰਭ ਸੁਆਮੀ ਕੰਤ ਵਿਹੂਣੀਆ। ਪ੍ਰਭੂ ਸਾਰਿਆਂ ਦਾ ਮਾਲਕ ਸੁਆਮੀ, ਉਹਦੀ ਸੰਗਤ, ਉਹਦੀ ਸ਼ਰਨ ਲਏ ਤੋਂ ਬਿਨਾਂ, ਗੁਰਮਤਿ ਦਾ ਵਿਚਾਰ ਧਾਰੇ ਤੋਂ ਬਿਨਾਂ। ਮੀਤ ਸੱਜਣ ਸਭ ਜਾਮ। ਇਹ ਜਿਹੜੇ ਤੁਹਾਡੇ ਮਿੱਤਰ ਦੇ ਸੱਜਣ ਹਨ, ਇਹ ਵੀ ਜੰਮ ਬਣ ਜਾਂਦੇ। ਆ ਜਿਹੜੀ ਪਰ ਜਾ ਕੇ ਹੱਥ ਅੱਡਦੇ ਫਿਰਦੇ ਸੀ ਨਾ ਝੋਲੀਆਂ, ਬਣਿਆ ਕੋਈ ਹੱਥ ਜੋੜਦੇ ਫਿਰਦੇ ਸੀ। ਸ਼ਰਾਬਾਂ ਦੇ ਦੌਰ ਵੀ ਬਹੁਤ ਚਲਾਏ, ਮਾਇਆ ਵੀ ਬਹੁਤ ਵੰਡੀ, ਤੇ ਲੋਕ ਵੀ ਬੜੇ ਖਚਰੇ ਹੋ ਗਏ ਵੀ ਛਕੀ ਛਕਾਈ ਚਲੋ, ਕੰਮ ਆਪਣੀ ਮਰਜ਼ੀ ਦਾ ਹੀ ਕਰੋ। ਤੇ ਜਨਾਜ਼ਾ ਪੂਰਾ ਕੱਢ ਕੇ ਰਾਹ ਦਿੱਤਾ, ਦਬਾਲੀਏ ਬਣਾ ਦਿੱਤੇ। ਇਸ ਕਰਕੇ ਮਹਾਰਾਜ ਦੱਸਦੇ, ਜਦੋਂ ਉਹਨੂੰ ਪਿੱਠ ਦੇ ਦਈਏ ਨਾ, ਸਾਰਾ ਸੰਸਾਰ ਪਿੱਠ ਦੇ ਜਾਂਦਾ। ਤੇ ਜੇ ਉਹਨੂੰ ਮਿੱਤਰ ਬਣਾ ਲਈਏ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਫਿਰ ਸਾਰਾ ਸੰਸਾਰ, ਧਰਤੀ ਦੇ ਮਨੁੱਖ ਕੀ, ਦੇਵਤੇ ਫਰਿਸ਼ਤੇ ਜਿਹੜੇ ਉਹ ਵੀ ਨਮਸਕਾਰ ਕਰਦੇ ਹਨ। ਜੇ ਉਹਦੇ ਬਣ ਜਾਈਏ, ਫਰਿਸ਼ਤੇ ਵੀ ਨਮਸਕਾਰ ਕਰਦੇ। ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਥ ਤੋਰਦੇ ਹਨ। ਨਾਨਕ ਕੀ ਬੇਨੰਤੀਆ। ਸੱਚੇ ਪਾਤਸ਼ਾਹ ਅਸੀਂ ਕਲਯੁਗੀ ਜੀਵਿਆਂ, ਸਾਡੇ ਕਰਮ ਬੜੇ ਖਾਮੀਆਂ ਵਾਲੇ ਆ, ਨੀਚਤਾਈਆਂ ਵਾਲੇ ਆ, ਬੁਰਾਈਆਂ ਵਾਲੇ ਆ, ਬੜੀਆਂ ਤਰੁੱਟੀਆਂ। ਕਿਰਪਾ ਹੀ ਕਰ ਦਿਓ, ਬਖਸ਼ਿਸ਼ ਕਰ ਦੇਣਾ ਕਰੋ। ਨਾਨਕ ਕੀ ਬੇਨੰਤੀਆ। ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਹੈ, ਕਰ ਕਿਰਪਾ ਦੀਜੈ ਨਾਮ। ਕਿਰਪਾ ਕਰਕੇ ਮਹਾਰਾਜ ਅਸੀਂ ਨਾਮ ਤੋਂ ਖੁੰਝ ਗਏ। ਹੁਣ ਘਰਾਂ 'ਚ ਸਵੇਰੇ ਵੀ ਟੈਲੀਵਿਜ਼ਨ ਆ, ਗੰਦੇ ਗੀਤ ਆ, ਸਾਰਾ ਦਿਨ, ਸ਼ਾਮ ਨੂੰ ਵੀ। ਕਈਆਂ ਨੂੰ ਤਾਂ ਹੁਣ ਸੌਣਾ ਹੀ ਭੁੱਲ ਗਿਆ, ਉਹ ਪੁੱਠੇ ਲੇਟੇ ਹੁੰਦੇ ਆ ਮੰਜੇ ਤੇ ਅੱਖਾਂ ਉਹ ਅੱਡ ਕੇ ਫਿਰ ਟੈਲੀਵਿਜ਼ਨ ਦੀਆਂ ਕੰਜਰੀਆਂ ਦੀਆਂ ਮੂਰਤਾਂ, ਉਹਨਾਂ ਦੇ ਗੰਦੇ ਗੀਤ ਸੁਣਦੇ। ਉਹ ਜਿਹੀ ਨੀਂਦਾਂ ਜ਼ੋਰ ਪੈਂਦਾ, ਪੁੱਠੇ ਡਿੱਗ ਪੈਂਦੇ। ਸੌਣਾ ਜਾਗਣਾ ਸਭ ਕੁਝ ਭੁੱਲ ਗਿਆ ਸਾਡਾ, ਤੇ ਅੱਖਾਂ ਵੀ ਜਵਾਬ ਦੇ ਜਾਂਦੀਆਂ। 1.5 ਸਾਲ ਦੇ ਬੱਚਿਆਂ ਨੂੰ ਐਨਕਾਂ ਲੱਗ ਗਈਆਂ, ਤੇ ਦੱਸੋ ਉਹਨੀ ਉਮਰ 'ਚ ਕੀ ਕਰਨਾ ਕਰਾਉਣਾ। ਔਰ ਐਸੀਆਂ ਬਿਮਾਰੀਆਂ ਲੱਗੀਆਂ ਹੋਈਆਂ, ਦੇਖ ਕੇ ਹੈਰਾਨ ਹੋ ਜਾਈਦਾ। 5-5, 4-4 ਸਾਲ ਦੇ ਬੱਚਿਆਂ ਨੂੰ 600, 7-7 ਪੁਆਇੰਟ ਤੱਕ ਸ਼ੂਗਰ ਜਾ ਚੁੱਕੀ ਹੈ। ਇਨਸੂਲਿਨ ਦੇ ਟੀਕੇ ਲੱਗ ਰਹੇ ਆ, ਤੇ ਕੱਲ੍ਹ ਨੂੰ ਇਹ ਨਹੀਂ ਖੰਡੇ ਪੜ ਕੇ ਖਾਲਿਸਤਾਨ ਬਣਾਉਣਾ। ਇਹਨਾਂ ਤੋਂ ਆਸਾਂ ਲਈ ਬੈਠੇ ਆ, ਖਾ ਕੇ ਖੇ ਸੁਆ, ਘਰ ਦੀ ਤਾਂ ਰੋਟੀ ਨਹੀਂ। ਅੱਜ ਇਹੋ ਜਿਹਾ ਮਾਹੌਲ ਚੱਲਿਆ ਨਾ, ਲੋਕਾਂ ਨੇ ਘਰਾਂ 'ਚ ਰੋਟੀਆਂ ਬਣਾਉਣੀਆਂ ਛੱਡ ਦੇਣੀਆਂ, ਹੋਟਲਾਂ ਦੇ ਖਾਇਆ ਕਰਨੀਆਂ ਨਾ।
ਇਹੋ ਜਿਹਾ ਕੰਮ ਬਣਦਾ ਜਾ ਰਿਹਾ ਦਿਨੋਂ ਦਿਨ। ਆ ਬੱਚਿਆਂ ਨੂੰ ਰੋਟੀਆਂ ਦੇ ਕੇ ਤੋਰਦੀਆਂ, ਉਹ ਉਵੇਂ ਲੈ ਆਉਂਦੇ ਮੁੜ ਕੇ ਦੁਕਾਨਾਂ ਤੋਂ ਖਾਂਦੇ ਜਾ ਜਾ ਕੇ। ਆ ਭੱਲੇ ਪਕੌੜੇ, ਪਾਪੜ, ਬੜੀਆਂ ਅੱਗੇ ਤਾਂ ਇਮਲੀ ਤੋਂ ਬਣਾਉਂਦੇ ਸੀ ਨਾ ਖਟਿਆਈ, ਹੁਣ ਉਹ ਤੇਜ਼ਾਬ ਤੋਂ ਆ। ਉਹ ਅੰਦਰ ਜਾ ਜਾ ਨਾੜਾਂ ਨੂੰ ਗਾਲੀ ਜਾਂਦੀ ਹੈ, ਰਸੌਲੀਆਂ ਹੋ ਰਹੀਆਂ, ਕੈਂਸਰ ਹੋ ਰਹੇ ਆ, ਪੱਥਰੀਆਂ ਪੈ ਰਹੀਆਂ, ਕਿੰਨੀਆਂ ਕੁ ਬਿਮਾਰੀਆਂ ਦਾ ਸੀ ਸਾਡਾ ਨੂੰ ਤਬਾਹ ਪੈਂਦਾ ਨਾ ਰੋਜ਼। ਹੈਰਾਨ ਹੋ ਜਾਈਦਾ। ਆ ਸਾਡਾ ਪੰਜਾਬ, ਇਹ ਸਿੱਖਾਂ ਦਾ, ਇਹ ਕੀ ਰਾਜ ਕਰਨਗੇ? ਇਹਨੇ ਤਾਂ ਆਪਣੇ ਜੀਵਨ ਹੀ ਬਰਬਾਦ ਕਰ ਲਏ, ਨਸ਼ਿਆਂ ਵਿੱਚ ਗਲਤਾਨ ਹੋਏ ਪਏ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਤੇ ਕਿਰਪਾ ਕਰਨ, ਅਰਦਾਸ ਕਰੀ ਦੀ ਪਾਤਸ਼ਾਹ। ਕਿੰਨਾ ਖੂਨ ਡੋਲ ਡੋਲੇ ਪੰਥ ਪੈਦਾ ਕੀਤਾ ਸੀ, ਕਿਹੜੇ ਪਾਸੇ ਕੁਰਾਹੇ ਪੈ ਗਿਆ? ਹਾਲੇ ਤਾਂ 550 ਸਾਲ ਹੀ ਹੋਇਆ। ਇਹਦੀ ਤਾਂ ਜੜ ਬੜੀ ਮਜ਼ਬੂਤ ਰੱਖੀ ਸੀ। ਕਿੰਨੀਆਂ ਸ਼ਹੀਦੀਆਂ ਹੁੰਦੀਆਂ ਹੀ ਜਾ ਰਹੀਆਂ, ਹਾਲੇ ਵੀ ਹਟੀਆਂ ਨੇ, ਪਰ ਸਾਨੂੰ ਕੋਈ ਸਮਝ ਹੀ ਨਹੀਂ ਆ ਰਹੀ। ਇੰਨਾ ਸਾਡੀ ਅਕਲ ਦਾ ਦਿਵਾਲਾ ਨਿਕਲ ਚੁੱਕਿਆ ਹੈ। ਪਾਤਸ਼ਾਹ ਜੀ ਸਮੱਤ ਦਿੰਦੇ ਹਨ, ਕਰ ਕਿਰਪਾ ਦੀਜੈ ਨਾਮ। ਇਹ ਪਾਤਸ਼ਾਹ ਆਪਣੀ ਮਿਹਰ ਕਰਕੇ, ਕਿਰਪਾ ਕਰਕੇ ਸਾਨੂੰ ਆਪਣਾ ਨਾਮ, ਬੰਦਗੀ, ਭਜਨ ਦੇ ਦੇਣਾ ਕਰੋ। ਹਰ ਮਿਲਹੁ ਸੁਆਮੀ ਸੰਗ ਪ੍ਰਭ। ਇਹ ਪ੍ਰਭੂ ਸੁਆਮੀ ਨਾਥ ਮਾਲਕ, ਸਾਨੂੰ ਵਿਛੜਿਆਂ ਨੂੰ ਆਪਣੇ ਨਾਲ ਮਿਲਾ ਲੈਣਾ ਕਰੋ। ਜਿਸ ਕਾ ਨਿਹਚਲ ਧਾਮ। ਉਸ ਪਰਮਾਤਮਾ ਦਾ ਧਾਮ ਸਦਾ ਨਿਸ਼ਚਲ ਰਹਿਣ ਵਾਲਾ, ਚਲਾਇਮਾਨ ਨਹੀਂ ਹੁੰਦਾ ਹੈ। ਚੇਤ ਗੋਵਿੰਦ ਅਰਾਧਿਐ। ਮੰਗਲਾਚਰਨ ਦੀ ਪੌੜੀ ਪੂਰੀ ਕਰਨ ਤੋਂ ਬਾਅਦ ਅੱਜ ਜੋ ਮਹੀਨਾ ਆਰੰਭ ਹੋਇਆ, ਉਸ ਦੀ ਵਿਚਾਰਧਾਰਾ ਬਖਸ਼ਿਸ਼ ਕਰਦੇ ਹਨ। ਚੇਤ ਦੇ ਮਹੀਨੇ ਦੁਆਰਾ ਜਿਹੜਾ ਸਾਰਿਆਂ ਨੂੰ ਚੇਤਨ ਸ਼ਕਤੀ ਦੇਣ ਵਾਲਾ ਨਾ, ਚੇਤ ਦਾ ਮਹੀਨਾ ਕਹਿੰਦਾ ਉਹਨੂੰ ਚੇਤੇ ਕਰਿਓ, ਭੁੱਲ ਨਾ ਜਾਇਓ ਕਿਤੇ। ਚੇਤ ਗੋਬਿੰਦ ਆਰਾਧਿਆ, ਚੇਤ ਦੇ ਮਹੀਨੇ ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਉਹਦੇ ਨਾਮ ਦੀ ਆਰਾਧਨਾ ਕਰੀਏ। ਹੋਵੇ ਆਨੰਦ ਘਣਾ। ਘਣਾ ਮੈਨੇ ਇੱਕ ਰਸ, ਤੁਹਾਨੂੰ ਮਹਾਨ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਸੰਤ ਜਨਾ ਮਿਲ ਪਾਈਐ। ਸੰਤ ਜਨਾ ਮਹਾਂਪੁਰਖਾਂ ਨਾਲ, ਜਿਹੜੇ ਗਿਆਨਵਾਨ, ਤਤਵੇ ਤੇ ਵਿਦਵਾਨ ਸਾਧੂ। ਆ ਪਰਸੋਂ ਸੰਤਾਂ ਦੀ ਬਰਸੀ ਸੀ, ਉੱਥੇ ਮਾੜਾ ਜਿਹਾ ਲੂਣਾ ਜਿਹਾ ਦਿੱਤਾ ਸੀ। ਭੇਖਾਂ ਦੇ ਨਾਲ ਨਹੀਂ ਗੱਲ ਬਣਨੀ, ਵਿਦਿਆ ਪੜ੍ਹਨੀ ਛੱਡਤੀ, ਨਾਮ ਅਭਿਆਸ ਛੱਡਤਾ, ਨਾਮ ਦੀਆਂ ਗੱਲਾਂ ਰਹਿ ਗਈਆਂ। ਨਾਮ ਦੀ ਕਮਾਈ ਨਹੀਂ ਕਰਦੇ, ਕਮਾਈ ਵਾਲੇ ਬਿਰਲੇ ਆ। ਔਰ ਕਹਿੰਦੇ ਸੰਤ ਜਨਾ ਮਿਲ ਪਾਈ ਹੈ, ਜਿਹੜੇ ਨਾਮ ਬਾਣੀ ਦੇ ਅਭਿਆਸੀ, ਕਮਾਈ ਵਾਲੇ ਪੁਰਸ਼, ਉਹਨਾਂ ਦੀ ਸੰਗਤ ਕਰਕੇ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਰਸਨਾ ਨਾਮ ਪਣਾ। ਇਹ ਰਸਨਾ ਨਾ ਅੰਡ ਵੰਡ ਬੋਲਣਾ ਛੱਡ ਦਿਓ। ਇਹਦੇ ਨਾਲ ਹਰ ਵੇਲੇ ਪਰਮੇਸ਼ਰ ਦਾ ਜਸ ਭਣਾ ਮੈਨੇ ਉਚਾਰਨ ਕਰਦੇ ਰਹੀਏ। ਜਿਨ ਪਾਇਆ ਪ੍ਰਭ ਆਪਣਾ। ਜਿਨ੍ਹਾਂ ਰਸਨਾ ਨਾਮ ਦੀ ਕਮਾਈ ਕਰਕੇ ਪ੍ਰਭੂ ਪਰਮੇਸ਼ਰ ਦਾ ਨਾਮ ਹਿਰਦੇ ਚ ਲੈ ਗਏ, ਰੂਮ ਰੂਮ ਚ ਲੈ ਗਏ, ਕਹਿੰਦੇ ਉਹਨਾਂ ਨੇ ਆਪਣੇ ਪ੍ਰਭੂ ਤੋਂ ਬਰਕਤ ਨੂੰ ਪਾ ਲਿਆ ਹੈ। ਆਏ ਦਿਸ ਹੈ ਗਣਾ। ਉਹਨਾਂ ਨੂੰ ਤਾਂ ਦੇਵਗਣ ਲੈਣ ਆਉਂਦੇ ਆ, ਤੇ ਜਿਹੜਾ ਹੁਣ ਸ਼ਰਾਬ ਪੀ ਕੇ ਮਰਿਆ ਉਹਨੂੰ ਦੇਵਤੇ ਲੈਣ ਆਉਣਗੇ, ਉਹਨੂੰ ਤਾਂ ਫਿਰ ਜਮਾਂ ਦੇ ਦੂਤ ਹੀ ਆਉਣਗੇ ਨਾ, ਕਿ ਆ ਜਾ ਭਾਈ। ਜਮਾਂ ਦੇ ਦੂਤ ਲੈਣ ਆਉਣਗੇ, ਤੇ ਜਿਹੜੇ ਵੀ ਬੰਦਗੀ ਕਰਦੇ ਆ ਉਹਨਾਂ ਨੂੰ ਸ਼ਹੀਦ ਮਰੀਦ ਲੈਣ ਵਾਸਤੇ ਆਉਂਦੇ ਹਨ। ਇੱਕ ਖੇਨ ਤਿਸ ਬਿਨ ਜੀਵਣਾ। ਜਿਹੜਾ ਇੱਕ ਖਿਨ ਮਾਤਰ ਵੀ ਉਸ ਪਰਮਾਤਮਾ ਤੋਂ ਵੀ ਜੀਣਾ, ਉਹਦਾ ਭਜਨ ਨੂੰ ਛੱਡ ਕੇ ਜਿਹੜਾ ਜੀਣਾ ਹੈ, ਬਿਰਥਾ ਜਨਮ ਜਣਾ। ਸਮਝੋ ਉਹਨਾਂ ਦਾ ਜਨਮ ਜਾਣਾ ਮਾਨ ਹੈ, ਉਹਨੂੰ ਜਣਿਆ, ਜਨਮ ਦਿੱਤਾ, ਉਹ ਬਿਰਥ ਹੈ। ਤੇ ਗੁਰੂ ਰਾਮਦਾਸ ਨੇ ਤਾਂ ਮਾਤਾ ਨੂੰ ਵੀ ਬੜੀ ਤਾੜਨਾ ਕੀਤੀ ਨਾ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਪੰਜ ਵੰਦ। ਕਹਿੰਦੇ ਜਿਹੜੀ ਮਾਂ ਨੇ ਭਜਨ ਕਰਨ ਵਾਲਾ, ਬੰਦਗੀ ਵਾਲਾ, ਪਰਉਪਕਾਰੀ ਵਾਲਾ, ਸੂਰਮਾ, ਦਾਨੀ ਪੁਰਸ਼ ਪੈਦਾ ਨਹੀਂ ਕੀਤਾ, ਇਹ ਅਕਾਲ ਪੁਰਖ ਉਸ ਮਾਂ ਨੂੰ ਬਾਂਝ ਕਰ ਦਿਓ।
ਉਹੋ ਜਿਹਾ ਨਜ਼ਰ ਬੱਟੂ ਪੈਦਾ ਕੀਤਾ ਗੰਦੇ ਹੀ ਖਿਲਾਰੂਗਾ, ਕੌਮ ਨੂੰ ਬਦਨਾਮ ਕਰੂਗਾ। ਮਾਤਾ ਨੂੰ ਕਿਹਾ ਵੀ ਜੇ ਜਨਮ ਦੇਣਾ ਤਾਂ ਇਹੋ ਜਿਹੇ ਨੂੰ ਜਨਮ ਦੇਈਂ। ਜਨਨੀ ਜਨਨ ਦਾ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਨੂਰ। ਬੀਬੀਓ ਸੁਣ ਲਓ। ਤੇ ਹੁਣ ਤਾਂ ਬੀਬੀਆਂ ਵੀ ਬੜੀਆਂ ਸੌਖੀਆਂ ਹੋ ਗਈਆਂ, ਆਪਣੇ ਵੀ ਝਾਟੇ ਮੁੰਨੀ ਫਿਰਦੀਆਂ ਭਰਵੱਟੇ। ਜਿਹੜੇ ਬੱਚੇ ਆ ਨਾ ਉਹਨਾਂ ਦੀਆਂ ਵੀ ਬੁਲਬੁਲਾਂ ਬਣਾਈ ਜਾਂਦੀਆਂ। ਜੇ ਪੁੱਛੇ ਕੀ ਗੱਲ, ਕਹਿੰਦੇ ਬਾਬਾ ਜੀ ਜੂੜਾ ਰੱਖੀ ਤੇ ਧੌਣ ਪਤਲੀ ਹੋ ਜਾਂਦੀ ਹੈ। ਇਹਨਾਂ ਦੇ ਫਾਰਮੂਲੇ ਲੈ ਲਓ। ਆ ਪੁਰਾਣੇ ਬਜ਼ੁਰਗ ਬੁੱਢੇ ਵਿੱਚ ਬੈਠੇ ਆ, ਤੁਸੀਂ ਕਿੜਕਿੜੀਆਂ ਪੰਡਾਂ ਚੱਕਦੇ ਰਹੇ ਆ ਤੇ ਤੁਹਾਡੀਆਂ ਤਾਂ ਧੌਣਾਂ ਹੋਈਆਂ ਨੇ। ਜਦੋਂ ਇਨਸਾਨ ਇੱਥੇ ਆ ਕੇ ਖੜ ਜਾਏ, ਮਾਂ ਨੇ ਸਿੱਖਿਆ ਦੇਣੀ ਸੀ, ਪਹਿਲਾ ਗੁਰੂ ਮਾਂ ਹੁੰਦਾ, ਤੇ ਫਿਰ ਸਿੱਖੀ ਹੁਣ ਕਿੱਥੋਂ ਲੱਜਾਂਗੇ। ਜੜ ਦੇ ਵਿੱਚ ਜ਼ਹਿਰ ਪਾ ਦਿੱਤੀ ਹੈ, ਜੜ ਵਿੱਚ ਸਾਡੇ ਸੇਂਕ ਆ ਚੁੱਕੀ ਹੈ। ਉੱਤੇ ਜਿੰਨੀਆਂ ਮਰਜ਼ੀ ਦਵਾਈਆਂ ਛਿੜਕੀ ਚਲੋ ਬੂਟੇ 'ਤੇ, ਜਿੰਨਾ ਚਿਰ ਜੜ 'ਚੋਂ ਸੇਂਕ ਨਹੀਂ ਜਾਂਦੀ ਉਹ ਬੂਟਾ ਸੁੱਕਣ ਤੋਂ ਬਚਣਾ ਨਹੀਂ, ਫਲ ਕੀ ਲੱਗਣਾ। ਇਹ ਸਾਡਾ ਹਾਲ ਹੈ ਇਸ ਵੇਲੇ। ਬਣ ਚੁੱਕਾ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਡਿਗਰੀਆਂ, ਡਿਪਲੋਮੇ ਬੜੇ ਬੜੇ ਦੇ ਦਿੱਤੇ, ਪਰ ਸਿੱਖੀ ਦੇ ਕੁਹਾੜਾ ਚਲਾਤਾ ਬਹੁਤ। ਸਿੱਖੀ ਨਹੀਂ ਦਿੱਤੀ ਸਾਡੇ ਸਕੂਲਾਂ ਕਾਲਜਾਂ ਨੇ। ਸਿੱਖੀ ਤਾਂ ਚਲੇ ਗਈ। ਪਹਿਲਾਂ ਸਾਡੇ ਦੇਸ਼ ਦੀ ਰਵਾਇਤ ਸੀ 5 ਸਾਲ ਤੋਂ 12 ਸਾਲ ਤੱਕ ਧਾਰਮਿਕ ਵਿੱਦਿਆ, 12 ਸਾਲ ਤੋਂ ਬਾਅਦ 25 ਤੱਕ ਦੂਜੀ ਵਿੱਦਿਆ। ਧਰਮ ਪਹਿਲਾਂ ਪਾਇਆ ਜਾਂਦਾ ਸੀ, ਹੁਣ ਧਰਮ ਨੂੰ ਫੀਮ ਦੀ ਗੋਲੀ ਬਣਾ ਲਿਆ। ਧਰਮ ਤਾਂ ਛੱਡੇ ਹੀ ਦਿੱਤਾ, ਤੇ ਫਿਰ ਸਿੱਖੀ ਕਿੱਥੋਂ ਆਏਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਬਚੋ ਬਚੋ ਭਾਈ। ਇੱਕ ਖੇਨ ਤਿਸ ਬਿਨ ਜੀਵਣਾ। ਉਸ ਪਰਮਾਤਮਾ ਤੋਂ ਇੱਕ ਖਿਣ ਮਾਤਰ। ਧੰਨ ਗੁਰੂ ਨਾਨਕ ਪਾਤਸ਼ਾਹ ਗਏ ਨਾ ਤਲਵੰਡੀ, ਕਿੰਨੀ ਯਾਤਰਾ ਕਰਕੇ। ਮਾਤਾ ਜੀ ਕਈ ਤਰ੍ਹਾਂ ਦੇ ਪਦਾਰਥ ਲਿਆ ਹੁੰਦਾ ਹੀ ਹੈ। ਕਹਿੰਦੇ ਬਚਨ ਵਿਲਾਸ, ਕਹਿੰਦੇ ਮਾਤਾ ਜੀ ਮੈਂ ਵਿਹਲਾ ਨਹੀਂ। ਕਹਿੰਦੇ ਕੁਝ ਵੀ ਨਹੀਂ ਕਰ ਰਿਹਾ ਤੁਸੀਂ, ਖੇਤੀ ਨੂੰ ਕਿਹਾ ਉਹ ਨਹੀਂ ਕੀਤੀ, ਦੁਕਾਨ ਕਿਹਾ ਉਹ ਨਹੀਂ ਕੀਤੀ, ਨੌਕਰੀ ਸਦਾਗਰੀ ਕੀ ਕਰਦੇ ਆ। ਕਹਿੰਦੇ ਆਖਣ ਜੀਵੋ ਵਿਸਰੈ ਮਰ ਜਾਓ, ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਨਾਮ ਜਪਣ ਤੋਂ ਮੈਨੂੰ ਵਿਹਲ ਨਹੀਂ ਮਾਤਾ ਜੀ, ਤੇ ਸਾਨੂੰ ਪੁੱਠਿਆਂ ਕੰਮਾਂ ਤੋਂ ਵਿਹਲ ਨਹੀਂ। ਗੁਰੂ ਮਹਾਰਾਜ ਨੇ ਤਾਂ ਸਾਨੂੰ ਬਚਾਇਆ, ਅਸੀਂ ਆਪਣਾ ਆਪ ਵੀ ਨਹੀਂ ਬਚਾਉਣ ਜੋਗੇ, ਆਪਣਾ ਆਪ ਵੀ ਖਤਮ ਕਰ ਲਿਆ। ਆਪਣੀਆਂ ਜ਼ਿੰਦਗੀਆਂ ਵੀ, ਬੱਚਿਆਂ ਦੀਆਂ ਜ਼ਿੰਦਗੀਆਂ ਵੀ ਖਤਮ ਕਰ ਦਿੱਤੀਆਂ ਨਸ਼ੇ ਪੀ ਪੀ ਕੇ। ਜੋ ਸਾਡੀ ਦੁਰਗਤੀ ਬਣੀ ਹੋਈ ਹੈ ਇਸ ਵੇਲੇ, ਮਹਾਰਾਜ ਅੱਗੇ ਅਰਦਾਸ ਕਰੀ, ਪਾਤਸ਼ਾਹ ਤਰਸ ਕਰੋ, ਕਿਤੇ ਮਿਹਰ ਕਰੋ ਸਾਡੀ ਕੌਮ ਦੇ ਉੱਤੇ, ਬਖਸ਼ਿਸ਼ ਕਰੋ। ਇੱਕ ਖੇਨ ਤਿਸ ਬਿਨ ਜੀਵਣਾ। ਇੱਕ ਖਿਣ ਮਾਤਰ ਵੀ ਜਿਹੜਾ ਉਹ ਤੋਂ ਬਿਨਾਂ ਜੀਣਾ। ਇਹ ਤਾਂ ਸਿੱਖ ਦੇ ਜੀਵਨ ਬਾਰੇ ਦੱਸਦੇ ਹਨ। ਬਿਰਥਾ ਜਨਮ ਜਾਣਾ। ਉਹ ਤਾਂ ਸਮਝਦਾ ਮੇਰਾ ਜਨਮ ਲਿਆ ਹੋਇਆ ਵਿਅਰਥ ਆ। ਉਹ ਹਰ ਵੇਲੇ ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚ। ਜਿਲਿਆ ਜਾਂਦੇ ਸੀ ਨਾ ਸੰਤ ਹਰਪਾਲ ਯਾਤਰਾ ਲੈ ਜਾਣੀ, ਹਜ਼ੂਰ ਸਾਹਿਬ ਖੜੇ ਕਰ ਲੈਣੇ ਮਹਾਰਾਜ ਦੇ ਤਖਤ ਮੂਹਰੇ। ਦੱਸੋ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ। ਮੰਨੋ ਮਹਾਰਾਜ ਦੇ ਮੂਹਰੇ, ਮੁਆਫੀ ਮੰਗੋ। ਫਿਰ ਜਪਜੀ ਸਾਹਿਬ ਲਾਉਣੇ ਵੀ 40 ਦਿਨ 25 ਜਪਜੀ ਸਾਹਿਬ ਕਰਨੇ, 33 ਮਾਲਾ ਮੂਲ ਮੰਤਰ ਦੀਆਂ ਕਰਕੇ 1.25 ਲੱਖ ਮੂਲ ਮੰਤਰ ਕਰਨਾ। ਫਿਰ ਆਪਣੇ ਗੁਰਦੁਆਰੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋਤ ਇੱਕੋ ਹੀ ਆ, ਪ੍ਰਸ਼ਾਦ ਕਰਕੇ ਪ੍ਰਾਸ਼ਚਿਤ ਕਰਿਓ। ਇਹ ਤਾਂ ਯਾਤਰਾ ਦਾ ਫਲ ਹੋਇਆ। ਹੁਣ ਜਿਹੋ ਜਿਹਾ ਆਪਾਂ ਕਰਦੇ ਹਾਂ ਤੁਹਾਡੇ ਸਾਹਮਣੇ ਹੀ ਆ। ਹਾਂਜੀ, ਜਲ ਥਲ ਮਹੀਅਲ ਪੂਰਿਆ। ਉਹ ਪਰਮੇਸ਼ਰ ਕੈਸਾ ਹੈ, ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਮਹੀ ਧਰਤੀ ਵਿੱਚ ਵੀ, ਅਲ ਆਕਾਸ਼ ਵਿੱਚ ਵੀ, ਹਰ ਜਗ੍ਹਾ ਪਰਿਪੂਰਨ ਹੈ। ਕਈ ਕਹਿੰਦੇ ਰੱਬ ਕਿੱਥੇ ਹੈ। ਇਹ ਮੂਰਖਾਂ ਦਾ ਪ੍ਰਸ਼ਨ ਗਲਤ ਹੈ। ਰੱਬ ਹੈ ਕਿੱਥੇ ਨਹੀਂ। ਕੋਈ ਕਹੇ ਆਕਾਸ਼ ਕਿੱਥੇ ਹੈ, ਆਕਾਸ਼ ਵਿਆਪਕ ਹੈ। ਇਹ ਪ੍ਰਸ਼ਨ ਹੀ ਗਲਤ ਹੈ। ਜਿਹੜੀ ਚੀਜ਼ ਹੈ ਵਿਆਪਕ, ਇਹ ਕਿਹਾ ਹੀ ਨਹੀਂ ਜਾ ਸਕਦਾ, ਉਹ ਤਾਂ ਹਰ ਜਗ੍ਹਾ ਹੀ ਹੈ। ਇਹ ਮੂਰਖਾਂ ਦੇ ਇਹੋ ਜਿਹੇ ਪ੍ਰਸ਼ਨ ਹਨ। ਜਲ ਥਲ ਮਹੀਅਲ ਪੂਰਿਆ। ਜਲਮ ਥਲਮ ਮਹੀ ਧਰਤੀ ਅਲ ਆਕਾਸ਼, ਹਰ ਜਗ੍ਹਾ ਪਰਿਪੂਰਨ ਵਿਆਪਕ ਹੋ ਰਿਹਾ ਹੈ। ਰਵਿਆ ਵਿੱਚ ਵਣਾ। ਜੰਗਲਾਂ ਪਹਾੜਾਂ 'ਚ ਵੀ ਵਿਆਪਕ ਹੋ ਰਿਹਾ ਹੈ। ਸੋ
प्रभ चित न ऐसा आवै। प्रभु उतों लुक के कित्थे चल जाओगे बच के, ये वो देखदा नहीं, वो तो हर जगह व्यापक है। इस करके कहते हैं ऐसा प्रभु जड़ा वो सानू चेते नहीं आ रहा है। कितड़ा दुख गण कितना कुछ दुख वे भोगना पैंदा मनमुख लोगों नूं, कहते गिण के किन्ना कुछ दसीए, वो बड़ा भारी दुख है। जिनी राविया सो प्रभु जिन्होंने ऐसे सो तत्पदा लिखाए प्रभु परमेश्वर प्रभता संयोग तुनू राविया चेते कीता है। तिन्ना भाग मना उन्होंने भाग बड़े मना श्रोमणी मना मुही बहुत बड़े भाग हन। हर दर्शन कौं मन लोचदा। कहते ऐसा प्यार पैदा हो जाए गुरु महाराज के चरनां ना कि हे सच्चे पातशाह साडा मन हर वेले तेरे दर्शनों नूं लोचदा। ਹੁਣ ਕਈਆਂ ਨਾਲ ਅਸੀਂ ਜੀ ਉੱਥੇ ਇੰਨੇ ਗੁਰਦੁਆਰੇ ਦੇਖਿਆ, ਇਹ ਕਿਸੇ ਨੇ ਕਿਹਾ ਵੀ ਗੁਰਦੁਆਰੇ ਦਾ ਮਾਲਕ ਵੀ ਦੇਖਿਆ ਤੇ ਗੁਰੂ ਗੋਬਿੰਦ ਸਿੰਘ ਦਾ ਵੀ ਦਰਸ਼ਨ ਕੀਤਾ। ਗੁਰਦੁਆਰੇ ਦੇਖ ਲੈ, ਸੰਗਮਰਮਰ ਸੋਹਣਾ ਲੱਗਾ ਸੀ, ਫਰਸ਼ ਸੋਹਣੇ ਲੱਗੇ ਹੋਏ ਸੀ, ਲੰਗਰ ਪਾਣੀ ਹੁਣ ਹਰ ਮੋੜ ਤੇ ਪਿੰਡਾਂ ਵਾਲੇ ਲੰਗਰ ਲਾਈ ਬੈਠੇ ਆ। ਪਰ ਇਹ ਨਹੀਂ, ਕਿਉਂ ਇਹ ਤਾਂ ਹੀ ਹੋ ਨਾ ਜੇ ਦਰਸ਼ਨ ਦੀ ਭਾਵਨਾ ਲੈ ਕੇ ਜਾਵਾਂਗੇ, ਕਿਉਂਕਿ ਦਰਸ਼ਨ ਕੋ ਲੋਚਿਆ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ, ਤੇਰੇ ਪ੍ਰਾਪਤ ਹੋਵੇਗਾ। ਹਰ ਦਰਸ਼ਨ ਕਉ ਮਨ ਲੋਚਦਾ। ਹਰੀ ਦੇ ਦਰਸ਼ਨ ਨੂੰ ਕਰਨ ਵਾਸਤੇ ਸਾਡਾ ਮਨ ਲੋਚਦਾ, ਇੱਛਾ ਕਰਦਾ ਕਿ ਮਹਾਰਾਜ ਕਿਰਪਾ ਕਰ ਦਿਓ, ਸਾਡਾ ਹਿਰਦਾ ਸ਼ੁੱਧ ਹੋ ਜਾਏ, ਪਵਿੱਤਰ ਹੋ ਜਾਏ, ਤੁਹਾਡੇ ਦਰਸ਼ਨ ਦੀਦਾਰ ਹੋ ਜਾਵਣ। ਨਾਨਕ ਪਿਆਸ ਮਨ ਇਹ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੁਆਰਾ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਆ, ਸਾਡੇ ਮਨ ਵਿੱਚ ਇੱਕੋ ਹੀ ਪਿਆਸ ਹੈ ਤੇਰੇ ਦਰਸ਼ਨ ਦੀ। ਤੇ ਹੁਣ ਪਾਣੀ ਤਾਂ ਸ਼ੁੱਧ ਰੱਬ ਨੇ ਪੈਦਾ ਕੀਤਾ, ਜਿਹੜੇ ਸ਼ਰਾਬ ਬਣਾ ਲਈ, ਪਾਣੀ ਵਿਗਾੜ ਲਿਆ ਨਾ, ਪਾਣੀ ਨੂੰ ਵਿਗਾੜ ਕੇ ਪੀ ਰਹੇ, ਹਰ ਚੀਜ਼ ਵਿਗਾੜ ਦਿੱਤੀ, ਤੇ ਫਿਰ ਮਨ ਵੀ ਵਿਗੜੇਗਾ। ਜਦੋਂ ਵਿਗੜੀਆਂ ਚੀਜ਼ਾਂ ਵਰਤਾਂਗੇ ਤੇ ਮਨ ਵੀ ਵਿਗੜ ਜਾਣਾ, ਸ਼ੁੱਧ ਨਹੀਂ ਰਹਿਣਾ। ਇਹ ਪ੍ਰਦੂਸ਼ਣ ਇੱਕ ਪਾਸੇ ਨੇ, ਇਹ ਪ੍ਰਦੂਸ਼ਣ ਤਾਂ ਚਾਰ ਚੁਫੇਰੇ ਹੀ ਫੈਲਿਆ ਹੋਇਆ, ਚਾਰ ਚੁਫੇਰੇ ਹੀ। ਬੋਲ ਬਾਣੀ ਦਾ ਵੀ ਪ੍ਰਦੂਸ਼ਣ ਆ, ਦੇਖਣ ਦਾ ਵੀ ਪ੍ਰਦੂਸ਼ਣ ਆ, ਸੁਣਨ ਦਾ ਵੀ ਪ੍ਰਦੂਸ਼ਣ ਆ, ਚੱਲਣ ਫਿਰਨ ਦਾ, ਸੌਣ ਜਾਗਣ ਦਾ। ਹੁਣ ਤਾਂ ਪ੍ਰਦੂਸ਼ਣ ਇੰਨਾ ਹੋ ਗਿਆ, ਇਹਦੇ 'ਚੋਂ ਨਿਕਲਣਾ ਹੀ ਔਖਾ ਹੋ ਗਿਆ। ਇਹ ਵਾਯੂਮੰਡਲ ਐਸਾ ਬਣਾਤਾ, ਇਹ ਪਸ਼ੂਆਂ ਪੰਛੀਆਂ ਨੇ ਨਹੀਂ, ਇਹ ਮਨੁੱਖ ਨੇ ਬਣਾਇਆ। ਜਿਹਨੂੰ ਸਮਝਾਉਣ ਵਾਸਤੇ ਚਾਰ ਪੁਕਾਰੇ ਨਾ ਤੂੰ ਮੰਨੈ, ਖਟ ਵੀ ਏਕਾ ਬਾਤ ਬਖਾਨੈ, 10 ਅਸ਼ਟੀ ਮਿਲ ਏਕੋ ਕਹਿਆ, ਤਾਂ ਵੀ ਜੋਗੀ ਭੇਦ ਨਾ ਲਿਆ। ਇਹਨੂੰ ਸਮਝਾਉਣ ਲਈ ਕਿੰਨੇ ਸਕੂਲ, ਯੂਨੀਵਰਸਿਟੀਆਂ, ਗੁਰਦੁਆਰੇ, ਮੰਦਰ, ਮਸੀਤਾਂ, ਪਗੋਡੇ, ਗਿਰਜੇ, ਇਹ ਨਹੀਂ ਸਮਝਿਆ। ਇਹਦੀ ਚਾਲ ਫੇਰ ਪੁੱਠੀ ਹੈ, ਤੇ ਬਿਰਲੇ ਆ ਜਿਹੜੇ ਸਮਝੇ, ਤੇ ਮੂਰਖਾਂ ਦੇ ਟੋਲੇ ਥਾਂ ਥਾਂ ਫਿਰ ਰਹੇ। ਤੇ ਜਿਹੜਾ ਗੁਰਮੁਖ ਬੰਦਾ ਉਹ ਤਾਂ ਲੱਜਦਾ ਹੀ ਨਹੀਂ, ਕਿਉਂਕਿ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਪੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਸਾਧਤਾ ਤਾਂ ਜੰਪੂ ਜਾਂ ਦਾਲ ਹੀ ਬਣੀ, ਤੇ ਜੰਮਣਾ ਕੀ ਹੈ। ਇਹ ਹਾਲ ਆ ਕਲਯੁਗ ਦਾ। ਇੰਨਾ ਪ੍ਰਭਾਵ ਦਿਨੋਂ ਦਿਨ ਵੱਧਦਾ ਹੀ ਤੁਰਿਆ ਜਾ ਰਿਹਾ। ਪਰ ਮਹਾਰਾਜ ਕਹਿੰਦੇ ਸੀ ਨਾ, ਜਿਹੜੇ ਤਾਂ ਦਾਣੇ ਕੀਲੀ ਨਾਲ ਜੁੜਨਗੇ ਚੱਕੀ, ਉਹ ਤਾਂ ਬਚ ਜਾਣਗੇ, ਤੇ ਜਿਹਨੀ ਬਾਣੀ ਦਾ ਆਸਰਾ ਛੱਡਤਾ ਉਹ ਤਾਂ ਫਿਰ ਮਲੀਆ ਮੇਟ ਹੋਣਾ ਹੀ ਹੋਣਾ। ਸੋ ਇਸ ਕਰਕੇ ਮਹਾਰਾਜ ਸਮੱਤ ਦਿੰਦੇ ਆ ਕਿ ਸਮਝੋ, ਬਚੋ ਭਾਈ, ਜਨਮ ਨੂੰ ਵਿਅਰਥ ਨਾ ਗਵਾਉਣਾ ਕਰੋ। ਨਾਨਕ ਪਿਆਸ ਮਨਾ। ਇਹ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਮਨ 'ਚ ਤੇਰੇ ਦਰਸ਼ਨ ਦੀ, ਤੇਰੀ ਬਾਣੀ ਪੜ੍ਹਨ ਦੀ, ਤੇਰਾ ਅੰਮ੍ਰਿਤ ਛਕਣ ਦੀ, ਤੇਰੇ ਦਰਸ਼ਨ ਕਰਨ ਦੀ, ਤੇਰੀ ਸੰਗਤ 'ਚ ਬੈਠਣ ਦੀ ਪਿਆਸ ਪੈਦਾ ਹੋ ਜਾਏ। ਜਿਵੇਂ ਮਹਾਰਾਜ ਪੰਜਵੇਂ ਪਾਤਸ਼ਾਹ ਦੇਖੋ ਲਾਹੌਰ ਬੈਠੇ, ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈ, ਕਿਸ ਤਰ੍ਹਾਂ ਬਿਰਪ ਕਰੇ ਚਾਤਰ ਕੀ ਨਹੀਂ, ਰੇਖਾ ਨਾ ਉਤਰੈ ਸਾਧ ਨਾ ਬੈ ਬਿਨ ਦੇਖੈ ਗੁਰ ਦਰਬਾਰ। ਕਮਾਲ ਹੈ, ਕੈਸਾ ਪਿਆਰ ਦਾ ਸੀਨ ਖਿੱਚ ਕੇ ਮਹਾਰਾਜ ਨੇ ਸ਼ਬਦ ਹਜ਼ਾਰਿਆਂ ਦੇ ਪਹਿਲੇ ਸ਼ਬਦ ਵਿੱਚ ਹੀ ਕਿਰਪਾ ਕੀਤੀ ਹੈ। ਸੋ ਇਸ ਕਰਕੇ ਸਤਸੰਗੀਓ ਜੀ ਆਇਆਂ, ਧੰਨਵਾਦ। ਤੁਸੀਂ ਆਪਣਾ ਰੁਖ ਰਸਤੇ 'ਚ ਆਉਣ ਵਾਲੇ ਗੁਰਧਾਮਾਂ ਵੱਲ ਔਰ ਤਖਤ ਸ਼੍ਰੀ ਕੇਸਗੜ੍ਹ ਵੱਲ ਕੀਤਾ, ਪਰ ਉੱਥੇ ਜਾਣ ਤੋਂ ਪਹਿਲਾਂ ਨਾ ਮੂੰਹ ਸਿਰ ਮੁੰਨਣੇ ਛੱਡ ਦਿਓ ਜਿਹੜੇ ਮੁੰਦੇ ਆ।
फैशन प्रस्ती नशे छड्ड दिओ ते जिले महाराज के सन्मुख जाओ ना 10 पातशाह दे पातशाह हुकम तां बहुत कीते बख्श दो ते जिन्हां दा मन बन गया उत्थों फिर खंडे वड़दा अंमृत छक के आयो ते पिंड वाले भी माँ पे भी कहणगे लै भी गए सी को खट्टी खट के आए तख्त श्री केसगढ़ साहब ਵੱਧ ਤੋਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਕਲਗੀਧਰ ਪਾਤਸ਼ਾਹ ਮਾਤਾ ਸਾਹਿਬ ਕੌਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਫਿਰ ਸਾਡਾ ਹੋਲਾ ਮਹੱਲਾ ਮਨਾਇਆ ਹੋਇਆ ਸਫਲ ਹੋ ਜਾਏਗਾ ਆਈ ਸੰਗਤ ਨੂੰ ਜੀ ਆਇਆਂ ਸਾਰਿਆਂ ਦਾ ਇੱਕ ਪੰਕਤੀ ਰਹੀ ਹਾਂਜੀ ਚੇਤ ਮਿਲਾਏ ਸੋ ਪ੍ਰਭੂ ਚੇਤ ਦੇ ਮਹੀਨੇ ਦੁਆਰਾ ਕਿਰਪਾ ਕਰਦੇ ਸਾਨੂੰ ਕਿਰਪਾ ਕਰਕੇ ਉਸ ਪਰਮੇਸ਼ਰ ਨੂੰ ਮਿਲਾ ਦੇਣਾ ਕਰੋ ਤਿਸ ਕੈ ਪਾਏ ਲੱਗਾ ਅਸੀਂ ਉਹਦੇ ਚਰਨੀ ਲੱਗ ਕੇ ਆਪਣਾ ਜਨਮ ਜੀਵਨ ਜਿਹੜਾ ਹੈ ਸਫਲ ਕਰ ਲੈਣਾ ਕਰੀਏ ਹੁਣ ਰਾਮ ਰਾਏ ਕਿੰਨਾ ਚਿਰ ਤੁਰਿਆ ਰਿਹਾ ਤੇ ਦੇਹਰਾਦੂਨ ਫਿਰ ਮਾਰੇ ਨੂੰ ਬੇਨਤੀ ਭੇਜੀ ਦੇਹਰਾਦੂਨ ਤੇ ਮੈਨੂੰ ਬਖਸ਼ ਦਿਓ ਫਿਰ ਬੇੜੀ ਵਿੱਚ ਮੇਲ ਰੱਖਿਆ ਤੇ 10 ਪਾਤਸ਼ਾਹ ਦਾ ਭਤੀਜਾ ਲੱਗਦਾ ਸੀ ਉੱਥੇ ਵੀ ਖਿਮਾ ਮੰਗੀ ਉੱਥੇ ਖਿਮਾ ਮੰਗੀ ਕਿ ਹੁਣ ਮੈਨੂੰ ਬਖਸ਼ ਦਿਓ ਫੇਰ ਵੀ ਤਗੜਾ ਰਿਹਾ ਮੁੜ ਪਿਆ ਕਿਹਾ ਤੇਰੀ ਸੰਗਤ ਭੂਤ ਨਹੀਂ ਆ ਇੰਨਾ ਕੁ ਕਹਿਤਾ ਸੀ ਉਹ ਪਿੱਠ ਦੇ ਕੇ ਖੜ ਗਿਆ ਸੀ ਨਾ ਮਹਾਰਾਜ ਨੂੰ ਵੀ ਤੇਰੀ ਸੰਗਤ ਭੂਤ ਨਹੀਂ ਆ ਸੋ ਇਸ ਕਰਕੇ ਸਾਧ ਸੰਗਤ ਜੀ ਜੇ ਭੁੱਲ ਬਖਸ਼ਾ ਲਾਂਗੇ ਮਹਾਰਾਜ ਦਾ ਦਿਆਲੂ ਹੀ ਆ ਬਖਸ਼ੇ ਦੇਣਗੇ ਪਰ ਮਨ ਬਣਾ ਲਈਏ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਰੀ ਸੰਗਤ ਨੂੰ ਸਭ ਨੂੰ ਮਹਾਰਾਜ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਪ੍ਰਬੰਧਕਾਂ ਦਾ ਸੰਗਤਾਂ ਦਾ ਸਮੂਹ ਸੇਵਾਦਾਰਾਂ ਦਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਇਹ ਹੋਲਾ ਮਹੱਲਾ ਸਿੱਖਾਂ ਦਾ ਸਭ ਨੂੰ ਵੱਡਾ ਤਿਉਹਾਰ ਹੈ ਸਭ ਨੂੰ ਵੱਡਾ ਇਕੱਠ ਜੇ ਕਿਤੇ ਹੁੰਦਾ ਨਾ ਸਿੱਖ ਸਟੇਜਾਂ 'ਤੇ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ ਸਭ ਨੂੰ ਜ਼ਿਆਦਾ ਰੌਣਕ ਇਕੱਠ ਹੁੰਦਾ ਪਰ ਜਿੰਨੇ ਗਏ ਆ ਜੇ ਕਿਤੇ ਉਹਨੇ ਸੁਧਰ ਜਾਣ ਫਿਰ ਤਾਂ ਥੋੜ੍ਹੇ ਦਿਨਾਂ 'ਚ ਆਪਾਂ ਸਫ਼ਰ ਬਹੁਤ ਤੈਅ ਕਰ ਲਾਂਗੇ ਮਹਾਰਾਜ ਕਿਰਪਾ ਕਰ ਦੇਣਗੇ ਇਹ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ